साडे पिंड दी जंपल साडी धी साडी स्टूडेंट किरणदीप कौर दे नावल नूं रिलीज़ करन दे संबंध विच समागम दे विच पंजाब दीआं ਵੱਖ-ਵੱਖ ਸਾਹਿਤਕ ਸ਼ਖਸੀਅਤਾਂ ਸਾਡੇ ਵਿੱਚ ਵਿਰਾਜਮਾਨ ਨੇ। ਸਾਡੇ ਸਾਰਿਆਂ ਲਈ ਬੜੇ ਮਾਣ ਵਾਲੀ ਗੱਲ ਹੈ। ਸਾਹਿਤ ਸਮਾਜ ਦਾ ਸੀਸਾ ਹੁੰਦਾ ਹੈ। ਜੋ ਵਾਪਰਦਾ ਸਮਾਜ ਦੇ ਵਿੱਚ ਸਾਹਿਤਕਾਰ ਦਾ ਕੋਮਲ ਮਨ ਆਪਣੇ ਕੋਮਲ ਮਨ ਦੇ ਨਾਲ ਉਹਨਾਂ ਭਾਵਨਾਵਾਂ ਨੂੰ ਵਰਕਿਆਂ ਉੱਪਰ ਕਾਗਜ਼ਾਂ ਉੱਪਰ ਘਰੀਟ ਕੇ ਉਸ ਨੂੰ ਸਾਹਿਤ ਦਾ ਕੋਈ ਨਾ ਕੋਈ ਵੱਖਰਾ ਰੂਪ ਦਿੰਦਾ ਹੈ। ਇਸੇ ਲੜੀ ਤਹਿਤ ਸਾਡੀ ਧੀ ਕਿਰਨਜੀਤ ਕੌਰ ਇਹਦੇ ਨਾਵਲ ਨੂੰ ਰਿਲੀਜ਼ ਕਰਨ ਦੇ ਨਾਲ ਸੰਬੰਧਿਤ ਸਮਾਗਮ ਦੇ ਵਿੱਚ ਜੋ ਵੱਖ-ਵੱਖ ਸ਼ਖਸੀਅਤਾਂ ਜਿਨ੍ਹਾਂ ਤੋਂ ਤੁਸੀਂ ਲਗਭਗ ਸਾਰੀ ਚੰਗੀ ਤਰ੍ਹਾਂ ਵਾਕਫ ਹੋ ਤੇ ਸਾਹਿਤਕ ਖੇਤਰ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਾਡੇ ਪਿੰਡ ਵਾਸਤੇ ਬੜੇ ਮਾਣ ਵਾਲੀ ਗੱਲ ਹੈ ਕਿ ਇਹਨਾਂ ਨੇ ਸਾਡੇ ਪਿੰਡ ਵਿੱਚ ਆ ਕੇ ਇਸ ਸਮਾਰੋਹ ਦੇ ਵਿੱਚ ਪਹੁੰਚ ਕੇ ਸਾਡਾ ਮਾਣ ਵਧਾਇਆ। ਇਸ ਦੇ ਵਿੱਚ ਡਾਕਟਰ ਲਾਭ ਸਿੰਘ ਜੀ ਖੀਵਾ ਸਾਡੇ ਪਿੰਡ ਦੇ ਜੰਮਪਲ ਨੇ। डॉक्टर के गर्ग जी कहानीकार, सरदार जसपाल सिंह जी मानखेड़ा, सरदार बलदेव सिंह जी सड़कनावा, इन्हें नावल तुसीं काफ़ी पढ़े होणगे। सत श्री अकाल। सरदार लक्ष्मण सिंह जी मलूका ਅਤੇ ਹੋਰ ਵੱਖ-ਵੱਖ ਸਾਹਿਤ ਨਾਲ ਸੰਬੰਧਿਤ ਸ਼ਖਸੀਅਤਾਂ ਇੱਥੇ ਵਿਰਾਜਮਾਨ ਹਨ। ਇਹਨਾਂ ਸਾਰੀਆਂ ਸ਼ਖਸੀਅਤਾਂ ਦਾ ਭਾਈ ਰੂਪੇ ਸਮਰੇਲ ਸਕੂਲ ਵਿੱਚ ਪਹੁੰਚਣ 'ਤੇ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ, ਤਹਿ ਦਿਲੋਂ ਜੀ ਆਇਆਂ ਕਹਿੰਦੇ ਹਾਂ। ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਸਰਦਾਰ ਸੁਖਵਿੰਦਰ ਸਿੰਘ ਜੀ ਤੁਹਾਨੂੰ ਜਾਣੂ ਕਰਾਉਣਗੇ। ਧੰਨਵਾਦ। हाँ जी, बहुत बहुत धन्यवाद सर। ਹੁਣ ਸ਼੍ਰੀ ਹੰਸ ਸਿੰਘ ਸੋਹੀ ਇਹ ਆਏ ਹੋਏ ਮਹਿਮਾਨਾਂ ਨਾਲ ਜਿਹੜੀ ਹੈਗੀ ਹੈ ਡੀਪਲੀ ਜਾਣ ਪਛਾਣ ਕਰਾਉਣਗੇ, ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਹੈਗੇ ਨੇ ਇੱਥੇ ਜੋ ਪਹੁੰਚੇ ਨੇ ਸਾਡੇ ਸਾਹਿਤਕਾਰਾਂ ਬਾਰੇ ਬਹੁਤ ਘੱਟ ਕਈਆਂ ਨੂੰ ਜਾਣਕਾਰੀ ਹੁੰਦੀ ਹੈ। ਬੱਚੇ ਵੀ ਆਏ ਨੇ, ਉਹਨਾਂ ਨਾਲ ਜਿਹੜੇ ਹੈਗੇ ਆ ਇਹ ਸਰ ਜਾਣ ਪਛਾਣ ਕਰਾਉਣਗੇ। ਧੰਨਵਾਦ। बहुत ही सत्कारयोग अज इस मंच के उपर विराजमान शख्सियत जिन्होंने असी इत्थे बड़े ही सत्कार नाल बड़े ही मान नाल सद्दा दिता सी साडे दरम्यान पहुँचे ने। सब तो पहला मैं तुहानूं दसना चाहना कि मेरे इधर साइड से मैडम मनदीप भदौड़ जी बैठे ने। ये बहुत ही खूबसूरत लिखते हैं कविता, इन्हों कविता का मेन इन्हों का विषा, और जिन्ना वधिया लिखते हैं उन्ने वधिया ही ये एक इंसानियत के पुतले ने। मैं इन्होंने जी आया कहना इत्थे आउण ते। और डॉक्टर जसपाल सिंह मानखेड़ा जी एक जाने पछाणे नाम ने जिन्होंने हर कोई जानता है, और इन्हों का भी जड़ा बड़ा विशाल खेत्र है इस साहित खेत्र दे विच। बसरे दी लाम इन्हां दा कहानी संग्रह सी। चूर भूर अणगिणत वरा, साडा अपना, साडा तुहाडा अपना, और बहुत चर्चित नावल सी इन्हां दा हुण मैं वो नहीं। उस तो बाद मेरे ख्याल विच सारे जानते हैं डॉक्टर लाभ सिंह खीवा जी नूं। 25 साल लगभग इन्होंने गुरु गोबिंद सिंह कॉलेज चंडीगढ़ दे विच बतौर पंजाबी विभाग के मुखी सेवा निभाई। प्रिंसीपल रहे ने बहुत सारे कॉलेजों में, खास करके नेबरहुड कॉलेज घुद्दा, उत्थे भी इन्होंने बतौर प्रिंसीपल सेवा निभाई।
ਔਰ ਆਲੋਚਨਾ ਦੇ ਖੇਤਰ ਵਿੱਚ ਇਹਨਾਂ ਦਾ ਇੱਕ ਬਹੁਤ ਵੱਡਾ ਨਾਮ ਹੈ, ਉੱਘਾ ਨਾਮ ਹੈ। ਇਹਨਾਂ ਦਾ ਇੱਕ ਨਾਮਵਾਰ ਅਖਬਾਰ ਦੇ ਉੱਪਰ ਲੇਖ ਚੱਲਦਾ ਹੁੰਦਾ ਸੀ, ਲੇਖ ਲਿਖਦੇ ਸੀ ਇਹ ਹਫ਼ਤਾਵਾਰੀ, ਧੰਨ ਲਿਖਾਰੀ ਨਾਨਕਾ, ਬੜਾ ਬਹੁਤ ਚਰਚਾ ਦੇ ਵਿੱਚ ਰਿਹਾ ਉਹ। ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਬੁੱਕਸ ਲਿਖੀਆਂ ਹੈਗੀਆਂ। ਲੇਟੈਸਟ ਜਿਹੜਾ ਇਹਨਾਂ ਦਾ ਹੈਗਾ ਪੁਸਤਕ ਤੇ ਪੁਰਸਕਾਰ, ਸਾਰੇ ਲੇਟੈਸਟ ਤੁਹਾਡੀ ਬੁੱਕ ਹੈਗੀ ਹੈ ਜੀ, ਪੁਸਤਕ ਤੇ ਪੁਰਸਕਾਰ, ਰਿਵਿਊ ਤੇ ਵਿਊ, ਇਹਨਾਂ ਦੀ ਬੜੀ ਚਰਚਿਤ ਕਿਤਾਬ ਰਹੀ ਹੈ। ਔਰ ਹੋਰ ਬਹੁਤ ਸਾਰੀਆਂ ਇਹਨਾਂ ਦੀਆਂ ਕਵਿਤਾਵਾਂ ਹੈਗੀਆਂ ਜਿਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਦੇ ਵਿੱਚ ਵੀ ਜਿਹੜਾ ਹੈਗਾ ਉਹ ਪੜ੍ਹਾਇਆ ਜਾਂਦਾ ਹੈ। ਪਾਸ਼ ਦੀ ਕਵਿਤਾ ਦਾ ਇਹਨਾਂ ਨੇ ਅਧਿਐਨ ਕੀਤਾ ਸੀ। ਮਲਵਾਈ ਕਵਿਸ਼ਰ ਦੀ ਪਰੰਪਰਾ, ਪੰਜਾਬੀ ਅਧਿਐਨ, ਇਕਾਂਗੀਕਾਰ ਜਿਹੜੇ ਸਾਡੇ ਨੇ ਬੜੇ ਮਸ਼ਹੂਰ ਹਰਚਰਨ ਸਿੰਘ ਜੀ, ਮਲਵਾਈ ਗਾਉਣ, ਸੂਹੇ ਬੋਲ ਜਿਹੜਾ ਹੈਗਾ ਇਹਨਾਂ ਦੀ ਆਪਣੀ ਕਾਵਿ ਸੰਗ੍ਰਹਿ ਹੈ। ਔਰ ਇਹਨਾਂ ਬਾਰੇ ਮੇਰੇ ਖਿਆਲ ਵਿੱਚ ਮੇਰੇ ਕੋਲ ਇੰਨੇ ਸ਼ਬਦ ਨਹੀਂ ਕਿ ਮੈਂ ਇਹਨਾਂ ਨੂੰ ਪੂਰੀ ਤਰ੍ਹਾਂ ਵਿਖਿਆਨ ਕਰ ਸਕਾਂ, ਪੂਰੀ ਤਰ੍ਹਾਂ ਮੈਂ ਇਹਨਾਂ ਦੇ ਬਾਰੇ ਤੁਹਾਨੂੰ ਦੱਸ ਸਕਾਂ। ਔਰ ਸਰਦਾਰ ਜਗੀਰ ਸਿੰਘ ਜੀ ਖੋਖਰ ਜਿਹੜੇ ਉਹ ਵੀ ਇਸ ਪਿੰਡ ਦੇ ਜੰਮਪਲ ਨੇ, ਉਹਨਾਂ ਦਾ ਰਸਾਲਾ ਨਿਕਲਦਾ ਹੈਗਾ ਤਿਮਾਹੀ, ਉਹਦੇ ਉਸ ਤਿਮਾਹੀ ਰਸਾਲੇ ਦੇ ਇਹ ਖਾਸ ਮੈਂਬਰ ਨੇ। ਔਰ ਹਾਂਜੀ ਸਹਿ ਸੰਪਾਦਕ ਨੇ ਜੀ ਉਸ ਲੋਹਮਣੀ ਜਿਹੜਾ ਰਸਾਲਾ ਪ੍ਰਕਾਸ਼ ਹੁੰਦਾ ਹੈਗਾ, ਉਹ ਬੜਾ ਉਹ ਇੰਟਰਨੈਸ਼ਨਲ ਪੱਧਰ ਦਾ ਹੈਗਾ ਉਹ ਰਸਾਲਾ ਜਿਹੜਾ ਛਾਪਦੇ ਨੇ ਤਿਮਾਹੀ। ਹਾਂ ਇਹਨਾਂ ਦੀ ਕਿਤਾਬ ਜਿਹੜੀ ਹੈਗੀ ਆ ਪੋਇਟਰੀ ਦੀ, ਉਹ ਸ਼ਬਦਾਂ ਦੇ ਬਾਣ ਆ ਜੀ, ਬਹੁਤ ਖੂਬਸੂਰਤ ਇਹਨਾਂ ਨੇ ਉਹ ਪੋਇਟਰੀ ਲਿਖੀ ਹੈਗੀ ਆ, ਬਹੁਤ ਸੋਹਣੀ ਕਵਿਤਾ ਹੈਗੀ ਆ। ਉਹਨਾਂ ਦੇ ਨਾਲ ਜੀ ਬੈਠੇ ਨੇ ਸਰਦਾਰ ਬਲਦੇਵ ਸਿੰਘ ਜੀ ਸੜਕਨਾਮਾ। ਮੈਂ ਪਿਛਲੇ ਦਿਨ ਹੀ ਇਹਨਾਂ ਨੇ ਮੇਰੇ ਨਾਲ 15 ਤਰੀਕ ਨੂੰ ਇਹਨਾਂ ਦਾ ਟੈਲੀਵਿਜ਼ਨ ਦੂਰਦਰਸ਼ਨ ਦੇ ਉੱਪਰ ਇਹਨਾਂ ਨੂੰ ਬੁਲਾਇਆ ਗਿਆ ਸੀਗਾ ਔਰ ਇਹਨਾਂ ਦੀ ਗੱਲਬਾਤ ਉੱਥੇ ਜਿਹੜੀ ਹੈਗੀ ਆ ਦਰਸ਼ਕਾਂ ਦੇ ਨਾਲ ਰੂਬਰੂ ਹੋਏ ਸੀ। ਇਹ ਗੱਲਾਂ ਤੇ ਗੀਤ ਸ਼ਾਇਦ ਇਸ ਟਾਈਟਲ ਦੇ ਨਾਂ ਨਾਲ। ਔਰ ਇਹਨਾਂ ਨੇ ਲਗਭਗ 80 ਦੇ ਨੇੜੇ ਕਿਤਾਬਾਂ ਲਿਖੀਆਂ ਨੇ ਜੀ। 80 ਕਿਤਾਬਾਂ ਜਿਹੜੀਆਂ ਹੈਗੀਆਂ ਉਹ ਮੈਨੂੰ ਤੱਕ ਕਿਹਾ ਵੀ ਨਹੀਂ ਜਾਂਦਾ ਕਿ 80 ਮੈਂ ਕਹਾਂ, ਕਿਉਂਕਿ 80 ਕਿਤਾਬਾਂ ਬਹੁਤ ਵੱਡੀ ਗੱਲ ਹੈਗੀ ਆ। ਔਰ ਮੈਂ ਇਹਨਾਂ ਦਾ ਸਫ਼ਰ ਸੁਣ ਰਿਹਾ ਸੀਗਾ, ਇਹਨਾਂ ਦੇ ਬਾਰੇ ਮੈਂ ਪੜ੍ਹਿਆ ਵੀ, ਕੋਸ਼ਿਸ਼ ਵੀ ਕੀਤੀ, ਇਹਨਾਂ ਦੇ ਨਾਵਲ ਵੀ ਪੜ੍ਹੇ। ਮੈਂ ਸਭ ਤੋਂ ਪਹਿਲਾਂ ਦਾ ਨਾਵਲ ਪੜ੍ਹਿਆ ਸੀਗਾ ਪੰਜਵਾਂ ਸਾਹਿਬਜ਼ਾਦਾ, ਭਾਈ ਜੀਵਨ ਸਿੰਘ ਤੇ ਭਾਈ ਜੈਤਾ ਜੀ ਦੇ ਲਿਖਿਆ ਸੀਗਾ, ਬਾਕਮਾਲ ਰਚਨਾ ਇਹਨਾਂ ਦੀ। ਉਸ ਤੋਂ ਬਾਅਦ ਮੈਂ ਇਹਨਾਂ ਦਾ ਨਾਵਲ ਪੜ੍ਹਿਆ ਸੀਗਾ ਢਾਮਾ ਦਿੱਲੀ ਦੇ ਕਿੰਗਰੇ, ਜਿਹਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈਗਾ। ਇਨਾਮ ਸ਼ਨਾਮ ਤਾਂ ਪਤਾ ਹੀ ਨਹੀਂ, ਅਨਲਿਮਟਿਡ ਹੈ, ਕਿੰਨੇ ਕਿੰਨਾਂ ਨੂੰ ਹਾਸਲ ਹੋਏ ਨੇ। ਔਰ ਸੜਕਨਾਮਾ ਇਹ ਦੱਸ ਰਹੇ ਸੀ ਕਿ ਸੜਕਨਾਮਾ ਮੇਰੇ ਨਾਮ ਦੇ ਨਾਲ ਕਿਵੇਂ ਪਿਆ ਹੈ। ਤਾਂ ਇਹਨਾਂ ਦਾ ਬੜਾ ਲੰਬਾ ਚੌੜਾ ਸਫ਼ਰ ਹੈਗਾ, ਡਰਾਈਵਰਾਂ ਬਾਰੇ ਲਿਖਦੇ ਲਿਖਦੇ, ਸੜਕਾਂ ਦੇ ਵਿੱਚ ਬਣੇ ਢਾਬਿਆਂ ਦੇ ਬਾਰੇ ਲਿਖਦੇ ਲਿਖਦੇ ਇਹ ਬਲਦੇਵ ਸਿੰਘ ਸੜਕਨਾਮਾ ਲੋਕਾਂ ਨੇ ਬਣਾ ਤੇ ਇਹਨਾਂ ਦੇ ਕਹਿਣ ਮੁਤਾਬਕ। ਔਰ ਅੱਛੀ ਸ਼ਖਸੀਅਤ ਹੈ, ਬਹੁਤੇ ਲੋਕ ਤਾਂ ਇਹਨਾਂ ਨੂੰ ਮਿਲਣ ਲਈ ਤਰਸਦੇ ਆ। ਜਦੋਂ ਕਿਤੇ ਗੱਲ ਕਰੀਦੀ ਹੈ ਕਿਸੇ ਕੋਲੇ ਕਹਿਣਗੇ ਯਾਰ ਤੁਸੀਂ ਜਾਣਦੇ ਹੋ ਉਹਨਾਂ ਨੂੰ, ਮਿਲੇ ਉਹਨਾਂ ਨੂੰ, ਕਿੱਦਾਂ ਦੇ ਨੇ? ਮੈਂ ਕਿਹਾ ਵੀ ਇਸ ਤਾਂ ਮੇਰੇ ਹੈਗੇ ਆ ਭਰਾਵਾ, ਸਾਡੀ ਖੁਸ਼ਕਿਸਮਤੀ ਹੈਗੀ ਹੈ। ਔਰ ਉਹਨਾਂ ਦੇ ਨਾਲ ਬੈਠੇ ਨੇ ਗਰਗ ਸਾਹਿਬ, KL ਗਰਗ ਜੀ। ਇਹਨਾਂ ਦਾ ਗਰਗ ਬਾਣੀ ਸਾਰਿਆਂ ਨੇ ਪੜ੍ਹਿਆ ਹੈਗਾ, ਇਹਨਾਂ ਦਾ ਜਗਬਾਣੀ ਅਖਬਾਰ ਦੇ ਵਿੱਚ ਇਹਨਾਂ ਦਾ ਲੱਗਦਾ ਸੀਗਾ। ਔਰ ਵਿਅੰਗਕਾਰ ਇਹ ਮੇਰੇ ਸਾਡੇ ਇਲਾਕੇ ਦੇ ਵਿੱਚ ਸਭ ਤੋਂ ਤਕੜੇ ਵਿਅੰਗਕਾਰ ਨੇ। ਔਰ ਲਗਭਗ ਇਹਨਾਂ ਨੇ ਵੀ ਆਪਣੀ ਉਮਰ ਜਿੰਨੀਆਂ ਬੁੱਕਸ ਲਿਖੀਆਂ ਨੇ ਜੀ, ਮੇਰੇ ਖਿਆਲ 80 ਦੇ ਨੇੜੇ ਤੇੜੇ ਤਾਂ ਹੋਣਗੀਆਂ, ਟੱਪ ਗਈਆਂ ਹੋਣਗੀਆਂ ਜੀ, 80 ਤੋਂ ਵੀ ਵੱਧ। ਕਹਾਣੀ ਵਿਅੰਗਕਾਰ ਤਾਂ ਇਹ ਹੈ ਹੀ ਹੈ। ਔਰ ਇਨਸਾਨ ਬੜੇ ਵਧੀਆ ਨੇ ਜੀ ਗਰਗ ਸਾਹਿਬ। ਔਰ ਇਹਨਾਂ ਨੂੰ ਸੁਣੀਦਾ ਸੀਗਾ, ਮੈਂ ਵੀ ਅੱਜ ਇਹਨਾਂ ਨੂੰ ਪਹਿਲੀ ਵਾਰ ਜਿਹੜਾ ਹੈਗਾ ਮਿਲਿਆ। ਔਰ ਬਹੁਤ ਹੀ ਇਹਨਾਂ ਦੀ ਰਚਨਾਵਾਂ ਜਿਹੜੀਆਂ ਹੈਗੀਆਂ ਬਹੁਤ ਅੱਛਾ ਵਿਅੰਗ ਕਰਦੇ ਨੇ, ਹਰ ਪੱਖ ਤੋਂ, ਸਮਾਜਿਕ, ਆਰਥਿਕ ਔਰ ਜਿਹੜਾ ਹੈਗਾ ਰਾਜਨੀਤਿਕ ਪੱਖ ਤੋਂ। ਉਹਨਾਂ ਦੇ ਨਾਲ ਬੈਠੇ ਨੇ ਡਾਕਟਰ ਸਰਜੀਤ ਸਿੰਘ ਜੀ ਬਰਾੜ। ਇਸ ਨਾਵਲ ਦਾ ਮੁੱਢ ਬੰਨਣ ਵਾਲੇ ਜੋ ਤੁਹਾਡੇ ਸਾਹਮਣੇ ਹੈਗਾ, ਪੁਸਤਕ ਜਿਹੜੀ ਜਦ ਰਿਲੀਜ਼ ਹੋ ਰਹੀ ਹੈਗੀ ਹੈ, ਦੀਜ਼ੇ ਬੁੱਧ ਵਿਵੇਕਾ, ਡਾਕਟਰ ਬਰਾੜ ਜੀ ਨੇ। ਔਰ ਬੜੇ ਤਕੜੇ ਲੋਚਕ ਨੇ। ਔਰ ਇਹਨਾਂ ਦੇ ਨਾਵਲ ਉਹਨਾਂ ਦੇ ਸਾਹਮਣੇ ਪਿਆ ਹੈਗਾ ਚਿੱਟਾ ਪਰਬਤ, ਜਿਹੜਾ ਲੇਟੈਸਟ ਅੱਜ ਦਾ ਜਿਹੜਾ ਮਾਹੌਲ ਹੈਗਾ, ਚਿੱਟਾ ਵਿਕਦਾ, ਚਿੱਟਾ ਕਿਸ ਤਰ੍ਹਾਂ ਵਿਕਦਾ, ਕੌਣ ਵਿਕਾਉਂਦਾ ਹੈਗਾ, ਇਹਨਾਂ ਨੇ ਬੜੀ ਵਧੀਆ ਖੋਜ ਕਰਕੇ ਇਸ ਨਾਵਲ ਨੂੰ ਰਚਿਆ ਹੈਗਾ। ਉਸ ਤੋਂ ਬਿਨਾਂ ਇਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਨੂੰ ਜਿਹੜਾ ਹੈਗਾ ਉਹ ਸੰਪਾਦਨ ਕੀਤਾ ਹੈਗਾ, ਕੰਪੋਜ਼ ਕੀਤਾ ਹੈਗਾ। ਔਰ ਇੱਕ ਰੈਸ਼ਨਲ ਵਿਚਾਰਧਾਰਾ ਦੇ ਧਾਰਨੀ ਨੇ ਬਰਾੜ ਸਾਹਿਬ। ਉਹਨਾਂ ਦੇ ਨਾਲ ਬੈਠੇ ਨੇ ਜੀ ਲਛਮਣ ਮਲੂਕਾ ਜੀ,
ਜਿਹੜੇ ਅੱਜ ਕੱਲ੍ਹ ਟੀਚਰ ਹੋਮ ਦੇ ਵਿੱਚ ਸੇਵਾ ਨਿਭਾ ਰਹੇ ਆ ਔਰ ਬੈਠੇ ਨੇ ਉਸ ਇਹੋ ਜਿਹੀ ਜਗ੍ਹਾ ਦੇ ਉੱਪਰ ਜਿੱਥੇ ਸਾਰਾ ਇਹ ਟੀਚਰ ਡਿਪਾਰਟਮੈਂਟ ਜਾਂਦਾ ਸਵੇਰੇ ਆਪਣਾ ਉੱਥੇ ਸਵੇਰੇ ਔਰ ਸ਼ਾਮ ਦੋਨੇ ਟਾਈਮ 'ਤੇ ਔਰ ਹਰ ਤਰ੍ਹਾਂ ਦੇ ਸਾਹਿਤਕ ਪ੍ਰੋਗਰਾਮ ਜਿਹੜੇ ਹੈਗੇ ਉੱਥੇ ਹੋਣੇ ਉਹ ਲక్ష్మణ ਜੀ ਹਿੱਸੇ ਆਏ ਹੈਗੇ ਆ। ਔਰ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਰਾਜਵਿੰਦਰ ਸਰ ਜੀ ਬੈਠੇ ਨੇ। ਜਿਸ ਦਿਨ ਇਹ ਨਾਵਲ ਦਾ ਟਾਈਟਲ ਕਰਨਦੀਪ ਨੇ ਪਾਇਆ ਸੀਗਾ ਕਿ ਸਰ ਮੇਰਾ ਜਿਹੜਾ ਨਾਵਲ ਛਪ ਰਿਹਾ ਹੈਗਾ, ਤਾਂ ਸਭ ਤੋਂ ਪਹਿਲਾਂ ਬੈਠੇ ਨੇ ਰਾਜਵਿੰਦਰ ਜੀ। ਇਹਨਾਂ ਨੇ ਕਿਹਾ ਸੀ ਵੀ ਮੇਰੀ ਸਟੂਡੈਂਟ ਆ, ਮੇਰੀ ਧੀ ਹੈ ਜਿਸ ਨੇ ਇਹ ਨਾਵਲ ਇਹਨਾਂ ਨੇ ਫੇਸਬੁੱਕ 'ਤੇ ਐਟ ਏ ਟਾਈਮ ਉਸ ਟਾਈਮ 'ਤੇ ਇਹਨਾਂ ਨੇ ਚੱਕ ਕੇ ਪਾ ਦਿੱਤਾ ਸੀ, ਅੱਜ ਤੋਂ 15-20 ਦਿਨ ਪਹਿਲਾਂ। ਇਹਨਾਂ ਦੀ ਹੀ ਦੇਣ ਹੈਗੀ ਹੈ। ਔਰ ਮੇਰੇ ਸਾਹਮਣੇ ਆਪਣੇ ਬੈਠੇ ਨੇ ਜਗਨਨਾਥ ਜੀ ਦੀ ਪ੍ਰੋਡਕਸ਼ਨ ਆ ਜੀ, ਇੱਕ ਵੇਖੀਏ ਤਾਂ ਇਹਨਾਂ ਦੀ ਦੇਣ ਹੈਗੀ ਆ। ਸਾਹਿਤ ਸਭਾ ਤੋਂ ਲੈ ਕੇ ਇਹ ਦੱਸਣਗੇ। ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਬੈਠਾ ਨੇ, ਲੈਕਚਰਰ ਬੈਠੇ ਨੇ ਜੀ, ਅਮਰਿੰਦਰ ਜੀ ਬੈਠੇ ਨੇ ਜੀ, ਹੋਰ ਬਹੁਤ ਸਾਰੇ ਕਿਹਦਾ ਨਾਮ ਲਵਾਂ ਮੈਂ, ਕਾਫੀ ਸ਼ਖਸੀਅਤਾਂ ਬੈਠੀਆਂ। ਕਿਉਂਕਿ ਮੈਂ ਤਾਂ ਸਿਰਫ ਇਹਨਾਂ ਜਿਹੜਾ ਪ੍ਰਧਾਨਗੀ ਮੰਡਲ ਹੈਗਾ ਇਹਨਾਂ ਬਾਰੇ ਇੰਟਰੋਡਿਊਸ ਕਰਾਉਣ ਲਈ ਮੈਨੂੰ ਤਾਂ ਕਿਹਾ ਗਿਆ ਸੀ। ਮੈਂ ਜ਼ਿਆਦਾ ਅੱਗੇ ਨਾ ਜਾਂਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਸਪੈਸ਼ਲੀ ਪ੍ਰਧਾਨਗੀ ਮੰਡਲ ਦਾ ਔਰ ਮੇਰੇ ਸਾਹਮਣੇ ਬੈਠੇ ਜਿਹੜੇ ਸਾਰੇ ਹੀ ਕਦਰਦਾਨ ਜਿਹੜੇ ਹੈਗੇ ਨੇ ਸਾਹਿਤ ਦੇ ਖਾਸ ਕਰਕੇ। ਔਰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਹੀ ਵਧੀਆ ਸੋਹੀ ਸਰ। ਤੇ ਜੋ ਰਹਿ ਗਏ ਨੇ ਆਪਣੇ ਹੰਸ ਸਿੰਘ ਜੀ ਸੋਹੀ, ਉਹਨਾਂ ਨੂੰ ਸਾਰੇ ਜਾਣਦੇ ਆਪਾਂ, ਜਿਨ੍ਹਾਂ ਨੇ ਜਿਹੜਾ ਹੈਗਾ ਇਸ ਲੜਕੀ ਨੂੰ, ਕਿਰਨਦੀਪ ਨੂੰ ਨਾਵਲ ਦੀ ਜਿਹੜੀ ਪ੍ਰੇਰਨਾ ਦਿੱਤੀ, ਨਾਲ ਹੀ ਇਹਨੂੰ ਛਪਾਉਣ ਦੇ ਲਈ ਜਿਹੜਾ ਹੈਗਾ ਪ੍ਰੇਰਿਤ ਕੀਤਾ ਜੀ। ਤਾਂ ਇਹ ਵੀ ਜਿਹੜੇ ਹੈਗੇ ਨੇ ਵੈਸੇ ਤਾਂ ਸਾਰੇ ਜਾਣਦੇ ਹੀ ਹੈ, ਆਪਣੇ ਸਮੇਂ ਦੇ ਕਾਲਜ ਕਲਰ ਰਹੇ ਨੇ, ਵਧੀਆ ਲੋਕ ਗਾਇਕ ਵੀ ਰਹੇ ਹੈ। ਤੇ ਬੇਸ਼ੱਕ ਇਹਨਾਂ ਨੇ ਜਿਹੜਾ ਹੈਗਾ ਇੱਧਰ ਅਧਿਆਪਨ 'ਚ ਆਉਣ ਕਾਰਨ, ਰੁਝੇਵਿਆਂ ਦੇ ਕਾਰਨ ਪ੍ਰਿੰਸੀਪਲ ਵਜੋਂ ਜਿਹੜੇ ਕਾਰਜਕਾਰੀ ਪ੍ਰਿੰਸੀਪਲ ਰਹੇ ਨੇ ਵੱਖ-ਵੱਖ ਸਕੂਲਾਂ ਦੇ, ਉਹਦੇ ਕਰਕੇ ਆਪਣੇ ਸਫ਼ਰ ਨੂੰ ਅੱਗੇ ਨਹੀਂ ਵਧਾ ਸਕੇ। ਪਰ ਇਹ ਕਹਿੰਦੇ ਜਦੋਂ ਮੈਨੂੰ ਇੱਥੇ ਮਿਲੇ ਇਲੈਕਸ਼ਨਾਂ 'ਚ ਡਿਊਟੀ ਸੀਗੀ ਨਾਲ ਮਾਸਟਰ ਟ੍ਰੇਨਰ ਦੀ, ਤਾਂ ਇਹਨਾਂ ਨੇ ਪ੍ਰੀਤੀ ਲਿਪੀ 'ਤੇ ਇਹਨਾਂ ਦੀ ਜਿਹੜੀ ਹੈਗਾ ਨਾਵਲ ਮੈਨੂੰ ਪੜ੍ਹਨ ਦੇ ਲਈ ਕਿਹਾ। ਕਹਿੰਦੇ ਵੀ ਇਹਨਾਂ ਦਾ ਨਾਵਲ ਹੈ ਲਿਖਿਆ, ਲੜਕੀ ਨੇ ਬਹੁਤ ਸਾਰੇ 8-10 ਨਾਵਲ ਲਿਖੀ ਬੈਠੇ ਨੇ, ਆਪਾਂ ਜਿਹੜਾ ਹੈਗਾ ਪਹਿਲਾ ਨਾਵਲ ਇਹਨਾਂ ਦਾ ਰਿਲੀਜ਼ ਕਰਨਾ ਹੈ, ਛਪਾਉਣਾ ਹੈਗਾ। ਤਾਂ ਇਹਨਾਂ ਨੇ ਪੜ੍ਹਨ ਦੇ ਲਈ ਕਿਹਾ, ਮੈਂ ਵੀ ਨਾਵਲ ਇਹਦਾ ਪੜ੍ਹਿਆ। ਤੇ ਫਿਰ ਇਹਨਾਂ ਨੇ ਜਿਹੜਾ ਹੈਗਾ ਬਹੁਤ ਵੱਡਾ ਉਦਮ ਕੀਤਾ। ਲਗਭਗ ਇਹਨਾਂ ਨੂੰ 2-3 ਮਹੀਨੇ ਹੋ ਗਏ ਲੱਗਿਆ। ਫਿਰ ਇਹਨਾਂ ਨੇ ਜਿਹੜੇ ਮਹਿਮਾਨ ਹੈ ਸਾਰੇ ਇਹਨਾਂ ਕੋਲ ਵੀ ਜਿਹੜਾ ਹੈਗਾ ਰਾਬਤਾ ਕਾਇਮ ਕੀਤਾ, ਇਹਨਾਂ ਨੂੰ ਸੱਦਾ ਪੱਤਰ ਦਿੱਤਾ ਤੇ ਇਹ ਪਹੁੰਚੇ। ਇਹਨਾਂ ਦੇ ਜਿਹੜੇ ਹੈਗੀਆਂ ਨੇ 4 ਲਾਈਨਾਂ ਜਿਹੜੀਆਂ ਹੈਗੀਆਂ ਉਹ ਲਿਖੀਆਂ ਸੀਗੀਆਂ। ਸ਼ਬਦ ਮੈਂ ਜੋੜ ਕਰ ਨਾਵਲ ਦਿੱਤਾ ਬਣਾਏ, ਮੇਰੀ ਮਿਹਨਤ ਦਾ ਮੁੱਲ ਪਾਵਣਾ ਜੇ ਮਨ ਨੂੰ ਪਾਏ, ਲੈ ਕੇ ਮੈਂ ਸੀ ਛੱਡਿਆ ਮੇਰੇ ਗੁਰੂ ਦਿੱਤਾ ਸੀ ਛਪਾਏ। ਛਪਾਉਣ ਵਾਲੇ ਗੁਰੂ ਪਤਾ ਹੀ ਹੈ ਕੌਣ ਬੈਠੇ ਨੇ। ਤੇ ਹੁਣ ਮੈਂ ਪਾਠਕਾਂ ਝੋਲੀ ਪਾਵਣਾ ਸੋਹੀ ਵਿਦਵਾਨ ਬੁਲਾਈ। ਇਹ ਬੁਲਾਉਣ ਵਾਲੇ ਵੀ ਇਹੀ ਨੇ ਜੋ ਆਪਾਂ ਨੂੰ ਇੱਥੇ ਸੱਦਾ ਪੱਤਰ ਦੇਣ ਵਾਲੇ ਹੈ। ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ। ਤੇ ਨਾਲ ਹੀ ਨਾਵਲ ਸੰਬੰਧੀ ਜਿਹੜਾ ਹੈਗਾ ਆਪਣਾ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਬਹੁਤ ਹੀ ਜ਼ਿਆਦਾ ਮਸ਼ਹੂਰ ਰਹੀ ਹੈ, ਸਿਪਾਹੀ ਦਾ ਦਿਲ। ਉਹਦੇ ਵਿੱਚ ਜਿਹੜਾ ਹੈਗਾ ਉਹਨੇ ਲਿਖਿਆ, ਵਾਗਾਂ ਛੱਡਦੇ ਹੰਝੂਆਂ ਵਾਲੀਏ ਨਹੀਂ, ਪੈਰ ਧਰਨ ਦੇ ਮੈਨੂੰ ਰਕਾਬ। ਤਾਂ ਉਹ ਜਿਹੜਾ ਹੈਗਾ ਜੇਕਰ ਹੁਣ ਇਸਤਰੀ ਸਾਹਮਣੇ ਆਪਣੇ ਸਮਾਜ ਦੇ ਵਿੱਚ ਖੁਦ ਹੀ ਜਿਹੜਾ ਹੈਗਾ ਮੈਦਾਨ ਦੇ ਵਿੱਚ ਨਿਤਰੇ, ਤਾਂ ਫਿਰ ਤੁਹਾਨੂੰ ਪਤਾ ਹੀ ਹੈ ਸਮਾਜ ਬਦਲਣਾ ਬਹੁਤ ਹੀ ਸੰਭਵ ਹੈ। ਕਿੱਥੇ ਤਾਂ ਉਹ ਜਿਹੜਾ ਹੈਗਾ ਰੋਕਦੀ ਸੀਗੀ ਤੇ ਹੁਣ ਜਿਹੜਾ ਹੈਗਾ ਉਹ ਮੈਦਾਨ ਦੇ ਵਿੱਚ ਨਿਤਰ ਕੇ ਆ ਚੁੱਕੀ ਹੈ, ਉਹ ਆਪਾਂ ਦੇਖ ਹੀ ਰਹੇ। ਹੁਣ ਮੈਂ ਬੇਨਤੀ ਕਰੂੰਗਾ ਸ਼੍ਰੀ ਲక్ష్మణ ਜੀ ਮਲੂਕਾ ਜੀ ਨੂੰ, ਉਹ ਆਪਣੇ 2 ਸ਼ਬਦ ਲੈ ਕੇ ਆਉਣਗੇ, ਇਹਨਾਂ ਨੂੰ ਕਿਰਨਦੀਪ ਨੂੰ ਆਸ਼ੀਰਵਾਦ ਦੇਣਗੇ। ਧੰਨਵਾਦ। बहुत ही सत्कारयोग साढ़े बहुत वड्डे ते उच्च कोटि के विद्वान प्रधानगी मंडल में बैठे बलदेव सड़कनामा जी, डॉक्टर लाभ सिंह खीवा जी, वड्डे व्यंगकार KL गर्ग जी, वड्डे आलोचक डॉक्टर सुरजीत सिंह बराड़, मेरे बहुत निगे मित्र ते प्रसिद्ध नावलकार जसपाल मानखेड़ा जी, मेरे दोस्त राजविंदर जी और मैडम लोग ते अज दे समागम के केंद्र बिंदु साड़ी बेटी
ਕਿਰਨਦੀਪ ਕੌਰ ਭਾਈਪਾ ਤੇ ਮੇਰੇ ਸਾਹਮਣੇ ਬੈਠੇ ਮੁਆਜ਼ਿਜ਼ ਸ਼ਖਸੀਅਤਾਂ, ਪਤਵੰਤੇ ਸੱਜਣ, ਮੈਨੂੰ ਅੱਜ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਭਾਈ ਰੂਪੇ ਦੀ ਇਸ ਇਤਿਹਾਸਕ ਧਰਤੀ ਉੱਤੇ ਇੱਕ ਵਾਰ ਫਿਰ ਕ੍ਰਿਸ਼ਮਾ ਹੋਇਆ। ਸਾਡੀ ਬੇਟੀ ਕਿਰਨਦੀਪ ਕੌਰ ਨੇ ਡੀਜੇ ਬੁੱਧ ਵਿਵੇਕਾ ਨਾਵਲ ਲਿਖ ਕੇ ਪੰਜਾਬੀ ਜਗਤ, ਪੰਜਾਬੀ ਸਾਹਿਤ ਜਗਤ ਦੇ ਵਿੱਚ ਬੜੀ ਸਬੂਤੇ ਕਦਮੀ ਆਪਣੀ ਪ੍ਰਵੇਸ਼ ਕੀਤਾ ਹੈ। ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ, ਉਹਨਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਕਿਉਂਕਿ ਉਹਨਾਂ ਨੇ ਜਿਸ ਜਜ਼ਬੇ ਨਾਲ, ਜਿਸ ਖੂਬਸੂਰਤੀ ਨਾਲ ਔਰ ਜਿਹੜੀ ਹਿੰਮਤ ਨਾਲ ਇਹ ਨਾਵਲ ਨੂੰ ਨੇਪਰੇ ਚਾੜਿਆ ਹੈ, ਉਹ ਇੱਕ ਬਹੁਤ ਵੱਡੀ ਗੱਲ ਹੈ। ਕਿਉਂਕਿ ਅੱਜ ਤੋਂ ਜੇ ਅਸੀਂ 25, 30, 40 ਸਾਲ ਪਿੱਛੇ ਜਾਈਏ, ਜਗੀਰਦਾਰੀ ਦੀ ਰਹਿੰਦ ਖੂੰਹਦ ਵਿੱਚ ਵੀ ਔਰਤਾਂ ਦਾ ਸ਼ੋਸ਼ਣ, ਡੇਰਾਵਾਦ ਤੇ ਸਮਾਜਿਕ ਅਲਾਮਤਾਂ ਬੜੀ ਬੁਰੀ ਤਰ੍ਹਾਂ ਨੇ ਸਾਨੂੰ ਘੇਰਿਆ ਹੋਇਆ ਸੀ। ਜਿਸ ਦੇ ਦੁਆਲੇ ਇਹ ਨਾਵਲ ਘੁੰਮਦਾ ਹੈ, ਉਹ ਡੇਰਾਵਾਦ ਅੱਜ ਉਹਨਾਂ ਸਮੇਂ ਤੋਂ ਹਟ ਕੇ ਅੱਜ ਸਾਡੇ ਪੰਜਾਬ ਦੇ ਵਿੱਚ ਹੋਰ ਪ੍ਰਫੁੱਲਤ ਹੋਇਆ ਹੈ। ਜਿੱਥੇ ਪਹਿਲਾਂ ਕੁਟੀਆਂ ਵਿੱਚ ਆ ਕੇ ਬਾਬੇ ਵਿਰਾਮ ਕਰਦੇ ਸੀ, ਅੱਜ ਉਹਨਾਂ ਦੀ ਥਾਂ ਤੇ ਆਲੀਸ਼ਾਨ ਮਹਿਲ ਡੇਰਿਆਂ ਦੇ ਵਿੱਚ ਉਸਰ ਚੁੱਕੇ ਨੇ। ਔਰ ਸਾਡੇ ਜਿਹੜੇ ਲੋਕ ਹੈ ਪੰਜਾਬ ਦੇ, ਉਹ ਡੇਰਿਆਂ ਵਾਲੇ ਵਾਸਤੇ ਪਹਿਲਾਂ ਨਾਲੋਂ ਵੀ ਵੱਧ ਉਸ ਦਾ ਸ਼ਿਕਾਰ ਹੋ ਰਹੇ ਨੇ ਜਾਂ ਉਹਨਾਂ ਵਿੱਚ ਸ਼ਾਮਲ ਹੋ ਰਹੇ ਨੇ। ਕਿਰਨਦੀਪ ਕੌਰ ਨੇ ਆਪਣੀ ਹਿੰਮਤ ਜਤਾਈ ਹੈ, ਹਿੰਮਤ ਦਿਖਾਈ ਹੈ। ਇਸ ਨਾਵਲ ਦੇ ਵਿੱਚ ਉਹਨਾਂ ਨੇ ਉਹ ਰਿਸ਼ਤਿਆਂ ਨੂੰ, ਜਿਹੜੇ ਰਿਸ਼ਤਿਆਂ ਨੂੰ ਸਾਡੇ ਘਰਾਂ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ, ਵਿਵਰਜਿਤ ਰਿਸ਼ਤੇ, ਵਰਜਿਤ ਰਿਸ਼ਤੇ ਜਿਹੜੇ ਸਾਡੇ ਘਰਾਂ ਵਿੱਚ ਆਮ ਪਨਪਦੇ ਨੇ, ਸਿਰਜੇ ਜਾਂਦੇ ਨੇ, ਉਸਰਦੇ ਨੇ, ਉਹਨਾਂ ਰਿਸ਼ਤਿਆਂ ਦੇ ਉੱਤੇ ਕਿਰਨਦੀਪ ਕੌਰ ਨੇ ਬੜੀ ਬੇਬਾਕੀ ਨਾਲ ਆਪਣੀ ਉਂਗਲ ਰੱਖੀ ਹੈ। ਔਰ ਡੇਰਾਵਾਦ, ਜਿੱਥੇ ਅੰਧ ਵਿਸ਼ਵਾਸ ਫੈਲਾਇਆ ਜਾਂਦਾ ਹੈ, ਵਿਸ਼ੇਸ਼ ਤੌਰ ਤੇ ਸਾਡੀਆਂ ਔਰਤਾਂ ਨੂੰ ਡੇਰਾਵਾਦ ਨਾਲ, ਡੇਰਿਆਂ ਨਾਲ ਜੋੜ ਕੇ ਆਪਦੀ ਮਹਿਮਾ ਉਹਨਾਂ ਰਾਹੀਂ ਪਿੰਡਾਂ ਦੇ ਵਿੱਚ ਜਾਂ ਸਮਾਜ ਦੇ ਵਿੱਚ ਫੈਲਾਈ ਜਾਂਦੀ ਹੈ। ਉਸ ਡੇਰਾਵਾਦ ਦੇ ਵਿਰੋਧ ਵਿੱਚ ਵੀ ਕਿਰਨਦੀਪ ਕੌਰ ਨੇ ਐਡਾ ਵੱਡਾ ਹੌਸਲਾ ਕੀਤਾ ਹੈ ਕਿ ਉਸ ਡੇਰਾਵਾਦ ਦੇ ਖਿਲਾਫ ਵੀ ਬੜੀ ਖੂਬਸੂਰਤੀ ਨਾਲ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਹੈ। ਪੰਜਾਬੀ ਸਾਹਿਤ ਜਗਤ ਦੇ ਵਿੱਚ ਨਾਵਲ ਲਿਖਣ ਵਾਲੀਆਂ ਔਰਤ ਲੇਖਕਾਵਾਂ ਜਾਂ ਨਾਵਲਕਾਰਾਂ ਬਹੁਤ ਘੱਟ ਨੇ, ਔਰ ਇਹ ਕਿਰਨਦੀਪ ਕੌਰ ਨੇ ਇਹ ਨਾਵਲ ਲਿਆ ਕੇ ਜਦੋਂ ਸਬੂਤੇ ਕਦਮੀ ਪੰਜਾਬੀ ਮਾਮੂਲੀ ਦੀ ਝੋਲੀ ਪਾਇਆ ਤਾਂ ਸਾਨੂੰ ਅਪਾਰ ਖੁਸ਼ੀ ਹੋਈ ਹੈ ਇਸ ਗੱਲ ਦੀ ਕਿ ਕਿਰਨਦੀਪ ਕੌਰ ਉਸ ਧਰਤੀ ਤੋਂ ਪੈਦਾ ਹੋਈ ਬੱਚੀ ਹੈ, ਉਸ ਜਰਖੇਜ਼ ਭੂਮੀ ਤੋਂ ਪੈਦਾ ਹੋਈ ਬੇਟੀ ਹੈ, ਜਿਸ ਜਰਖੇਜ਼ ਭੂਮੀ ਦੇ ਉੱਪਰ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਵੀ ਆਏ ਔਰ ਇੱਥੇ ਇਸ ਇਲਾਕੇ 'ਚ ਬੈਠ ਕੇ ਉਹਨਾਂ ਨੇ ਯੁੱਧ ਲੜੇ। ਔਰ ਇਹਦੇ ਨਾਲ ਨਾਲ ਇਹ ਉਹ ਜਰਖੇਜ਼ ਭੂਮੀ ਹੈ ਜਿਸ ਜਰਖੇਜ਼ ਭੂਮੀ ਨੂੰ ਕਦੇ ਮਾਸਕੋ ਦਾ ਦਰਜਾ ਵੀ ਦਿੱਤਾ ਜਾਂਦਾ ਸੀ। ਔਰ ਇਹਨਾਂ ਪਿੱਛੇ ਜਾਂ ਕਿਰਨਦੀਪ ਹੋਰਾਂ ਪਿੱਛੇ ਜਾਂ ਇੱਥੋਂ ਦੇ ਜਿਹੜੇ ਸ਼ਖਸੀਅਤਾਂ ਉੱਭਰ ਕੇ ਵੱਖ-ਵੱਖ ਖੇਤਰਾਂ ਵਿੱਚ ਗਈਆਂ ਨੇ, ਉਹਨਾਂ ਦੇ ਪਿੱਛੇ ਕਿ ਉਹਨਾਂ ਦੇ ਅਧਿਆਪਕਾਂ ਦਾ ਬਹੁਤ ਵੱਡਾ ਹੱਥ ਹੈ। ਜਿਵੇਂ ਕਿਰਨਦੀਪ ਕੌਰ ਨੂੰ ਇੱਥੋਂ ਤੱਕ ਲੈ ਕੇ ਜਾਣ ਵਾਸਤੇ ਉਹਨਾਂ ਦੇ ਅਧਿਆਪਕ ਜਗਨਨਾਥ ਜੀ, ਹੰਸ ਸੋਹੀ ਜੀ, ਨਛੱਤਰ ਧੰਮੂ ਜੀ, ਰਾਜਵਿੰਦਰ ਜੀ, ਇਹ ਸਾਰੇ ਦੋਸਤ ਬੈਠੇ ਨੇ। ਉਹਨਾਂ ਨੇ ਹਲਾਸ਼ੇਰੀ ਦੇ ਕੇ ਸਹਿਤ ਸਭਾ ਨਾਲ ਜੋੜ ਕੇ ਕਿਰਨਦੀਪ ਅੰਦਰ ਜਾਂ ਬੱਚਿਆਂ ਅੰਦਰ ਸਾਹਿਤ ਦੀ ਚੇਟਕ ਲਾਈ ਔਰ ਫਿਰ ਕਿਰਨਦੀਪ ਕੌਰ ਨਾਂ ਦੀ ਬੱਚੀ ਇੱਕ ਪੈਦਾ ਹੋਈ ਤੇ ਉਸ ਸਹਿਤ ਸਭਾ ਰਾਹੀਂ ਹੁੰਦੀ ਹੋਈ ਅਧਿਆਪਕਾਂ ਦਾ ਪੱਲਾ ਉਂਗਲ ਫੜ ਕੇ ਇਸ ਡੀਜੇ ਬੁੱਧ ਵਿਵੇਕਾ ਤੱਕ ਆਪਣਾ ਸਫ਼ਰ ਹੈ ਜਿਹੜਾ ਕਿਰਨਦੀਪ ਕੌਰ ਤੈਅ ਕਰਦੀ ਹੈ। ਔਰ ਇਸ ਨਾਵਲ ਦੇ ਵਿੱਚ ਜਿੱਥੇ ਕਿਰਨਦੀਪ ਕੌਰ ਨੇ ਸਾਡੇ ਵਰਜਿਤ ਰਿਸ਼ਤਿਆਂ ਨੂੰ ਸਾਹਮਣੇ ਲੈ ਕੇ ਆਉਣ ਦਾ ਯਤਨ ਕੀਤਾ, ਹੌਸਲਾ ਵਿਖਾਇਆ, ਉੱਥੇ ਉਹਨਾਂ ਨੇ ਉਸ ਗੱਲ ਦੇ ਉੱਤੇ ਵੀ ਆਪਣੀ ਉਂਗਲ ਰੱਖੀ ਹੈ ਕਿ ਪਹਿਲੇ ਸਮੇਂ ਦੇ ਵਿੱਚ ਅੱਜ ਤੋਂ 35-40 ਸਾਲ ਪਹਿਲਾਂ ਜਦੋਂ ਛੋਟੀ ਕਿਸਾਨੀ ਸੀ ਤਾਂ ਛੋਟੀ ਕਿਸਾਨੀ ਦੇ ਵਿੱਚ ਜਿਹੜੇ ਪਰਿਵਾਰ ਹੁੰਦੇ ਸਨ ਆਪਣੀ ਜ਼ਮੀਨ ਬਚਾਉਣ ਵਾਸਤੇ
ਇੱਕ ਮੁੰਡੇ ਦਾ ਵਿਆਹ ਕਰ ਦਿੰਦੇ ਸਨ, ਬਾਕੀ ਮੁੰਡੇ ਕੁਆਰੇ ਰੱਖ ਕੇ ਜਾਂ ਛੜੇ ਰੱਖ ਕੇ ਆਪਣਾ ਪਰਿਵਾਰ ਹੈ ਜਿਹੜਾ ਉਹ ਅੱਗੇ ਤੋਰਦੇ ਰਹਿੰਦੇ ਸਨ। ਤਾਂ ਉਸ ਨੇ ਕਿਰਨਦੀਪ ਕੌਰ ਨੇ ਸ਼ਮਸ਼ੇਰ ਸਿੰਘ ਘੋੜੀਆਂ ਵਾਲੇ ਦੇ ਰੂਪ ਵਿੱਚ ਵੀ ਇਹ ਗੱਲ ਦਿਖਾਈ ਹੈ ਕਿ ਉਹਦਾ ਛੋਟਾ ਭਰਾ ਜਿਹੜਾ ਜਗਸ਼ੇਰ ਹੈ ਉਹਨੂੰ ਵੀ ਇਸੇ ਕਾਰਨ ਕਰਕੇ ਛੜਾ ਰੱਖਿਆ ਜਾਂਦਾ ਹੈ ਜਾਂ ਅਣਵਿਆਹ ਰੱਖਿਆ ਜਾਂਦਾ ਹੈ, ਕਿਉਂਕਿ ਉਹਦੇ ਜ਼ਮੀਨ ਦੇ 17-18 ਕਿੱਲਿਆਂ ਦੀ ਗੱਲ ਹੈਗੀ ਹੈ ਕਿ ਉਹ ਵੰਡੀ ਨਾ ਜਾਵੇ। ਇਸੇ ਤਰ੍ਹਾਂ ਹੀ ਕਿਰਨਦੀਪ ਕੌਰ ਨੇ ਜਦੋਂ ਇਹ ਨਾਵਲ ਲਿਖਣਾ ਸ਼ੁਰੂ ਕੀਤਾ ਤਾਂ ਅਧਿਆਪਕਾਂ ਨੇ ਬਹੁਤ ਹੱਲਾਸ਼ੇਰੀ ਕੀਤੀ। ਇਸ ਨੂੰ ਨਾਵਲ ਦਾ ਰੂਪ ਦੇਣ ਵਾਸਤੇ ਇਹਨਾਂ ਦੇ ਅਧਿਆਪਕਾਂ ਨੇ ਡਟ ਕੇ ਜਿਹੜੀ ਉਹਦੀ ਮਦਦ ਵੀ ਕੀਤੀ ਹੈ। ਛਪਾਉਣ ਤੋਂ ਲੈ ਕੇ ਇਹ ਜਿਹੜੀ ਕਿਰਤ ਹੈ ਛਪ ਕੇ ਕਿਰਨਦੀਪ ਦੀ ਸਾਡੇ ਸਾਹਮਣੇ ਆਈ ਹੈ ਤੇ ਮੈਂ ਢੇਰ ਸਾਰੀਆਂ ਮੁਬਾਰਕਾਂ ਕਿਰਨਦੀਪ ਕੌਰ ਨੂੰ ਔਰ ਉਹਨਾਂ ਦੇ ਅਗਵਾਈ ਕਰਨ ਵਾਲਿਆਂ ਨੂੰ ਦਿੰਦਾ ਜਿਨ੍ਹਾਂ ਨੇ ਇਹ ਕਿਤਾਬ ਆ ਜਿਹੜੀ ਪੰਜਾਬੀ ਸਹਿਜ ਜਗਤ ਦੀ ਝੋਲੀ ਪਾਈ ਹੈ। ਪਰ ਜਿੱਥੋਂ ਤੱਕ ਅਧਿਆਪਕ ਦਾ ਮਸਲਾ ਹੈ, ਜਿਵੇਂ ਕਿਰਨਦੀਪ ਕੌਰ ਦੇ ਪਿੱਛੇ ਵੀ ਉਹਨਾਂ ਦੇ ਅਧਿਆਪਕ ਖੜੇ ਨੇ। ਇਸ ਤੋਂ ਪਹਿਲਾਂ ਜੇ ਅਸੀਂ ਪਿੱਛੇ ਜਾਈਏ 35-40 ਸਾਲ ਪਹਿਲਾਂ ਤਾਂ ਭਾਈ ਰੂਪੇ ਦੀ ਧਰਤੀ ਤੇ ਇੱਕ ਅਜਿਹਾ ਅਧਿਆਪਕ ਪੈਦਾ ਹੋਇਆ, ਇੱਕ ਨਿਸ਼ਚਾਵਾਨ, ਇੱਕ ਸ੍ਰਿੜੀ ਅਧਿਆਪਕ ਪੈਦਾ ਹੋਇਆ ਜਿਸ ਦੇ ਤਿਆਰ ਕੀਤੇ ਹੋਏ ਬੱਚੇ ਅੱਜ ਬਹੁਤ ਵੱਡੇ ਰੁੱਖ ਬਣ ਚੁੱਕੇ ਨੇ। ਗਿਆਨੀ ਭਾਗ ਸਿੰਘ ਜੀ, ਮੇਰੀ ਮੁਰਾਦ ਆ ਉਹਨਾਂ ਤੋਂ ਕਿ ਗਿਆਨੀ ਭਾਗ ਸਿੰਘ ਜੀ ਨੇ ਆਪਣੀ ਇੱਕ ਟੀਮ ਤਿਆਰ ਕੀਤੀ ਔਰ ਜਿਨ੍ਹਾਂ ਦੇ ਵਿੱਚ ਡਾਕਟਰ ਲਾਭ ਸਿੰਘ ਖੀਵਾ, ਜਗਤਾਰ ਸਿੰਘ ਜੀ, ਜਰਨੈਲ ਸਿੰਘ ਜੀ ਕਾਮਰੇਡ ਸਾਡੇ ਵਿੱਚ ਬੈਠੇ ਨੇ, ਹਰਪਾਲ ਸਿੰਘ ਜੀ ਖੋਖਰ, ਗੁਰਦੇਵ ਖੋਖਰ, ਹੋਰ ਅਨੇਕਾਂ ਵਿਦਿਆਰਥੀ ਜਿਹੜੇ ਉਹਨਾਂ ਨੇ ਪੈਦਾ ਕਰਕੇ ਭਾਈ ਰੂਪੇ ਦੀ ਧਰਤੀ ਨੂੰ ਦਿੱਤੇ, ਸਾਡੇ ਇਲਾਕੇ ਨੂੰ ਦਿੱਤੇ। ਅੱਜ ਉਹ ਉਹਨਾਂ ਦੇ ਲਾਏ ਹੋਏ ਬੂਟੇ ਆ ਜਿਹੜੇ ਉਹ ਬਹੁਤ ਵੱਡੀਆਂ ਟਾਹਣੀਆਂ ਫਾਰ ਕੇ ਬਹੁਤ ਵੱਡੇ ਬਾਬਾ ਬੋੜ ਬਣੇ ਹੋਏ ਨੇ ਔਰ ਡਾਕਟਰ ਲਾਭ ਸਿੰਘ ਖੀਵਾ ਦਾ ਵਿਸ਼ੇਸ਼ ਤੌਰ 'ਤੇ ਸਹਿਜ ਜਗਤ ਦੇ ਵਿੱਚ ਵੱਡਾ ਨਾਂ ਹੈ। ਸੋ ਇਸ ਤਰ੍ਹਾਂ ਅਧਿਆਪਕ ਦਾ ਕਿਸੇ ਬੱਚੇ ਪਿੱਛੇ ਖੜਨਾ, ਅਧਿਆਪਕ ਦਾ ਹਲਾਸ਼ੇਰੀ ਦੇ ਕੇ ਉਹਨੂੰ ਅੱਗੇ ਤੋਰਨਾ ਬਹੁਤ ਵੱਡੀ ਗੱਲ ਹੁੰਦੀ ਹੈ। ਔਰ ਕਿਰਨਦੀਪ ਨੇ ਜਿਹੜਾ ਇਹ ਨਾਵਲ ਲਿਖਿਆ ਉਹ ਬਾ ਕਮਾਲ ਹੈ, ਬਹੁਤ ਖੂਬਸੂਰਤ ਹੈ ਕਿ ਉਹਨੇ ਵਰਜਿਤ ਰਿਸ਼ਤਿਆਂ ਦੇ ਉੱਤੇ ਉਂਗਲ ਰੱਖ ਕੇ ਉਹਨੇ ਡੇਰਾਵਾਦ ਜਾਂ ਧਾਰਮਿਕ ਥਾਵਾਂ ਦੇ ਉੱਤੇ ਜਿਹੜੇ ਸਾਡੇ ਸਮਾਜ ਦੇ ਵਿੱਚ ਅੰਧ ਵਿਸ਼ਵਾਸ ਪਾਉਂਦੇ ਨੇ ਉਹਦੇ ਉੱਤੇ ਉਂਗਲ ਰੱਖ ਕੇ ਬੜੀ ਬੇਬਾਕੀ ਨਾਲ ਆਪਣੀ ਗੱਲ ਕੀਤੀ ਹੈ। ਔਰ ਇਸ ਤਰ੍ਹਾਂ ਹੀ ਨਹੀਂ ਕਿ ਉਹਨੇ ਕਹਾਣੀ ਰਚ ਕੇ ਬਸ ਨਾਵਲ ਆਪਣਾ ਪੂਰਾ ਕਰ ਲਿਆ, ਜਿੱਥੇ ਛੋਟੀਆਂ ਪਟਕਥਾਵਾਂ ਲਿਖ ਕੇ ਮੁਹਾਵਰੇ ਇਸ ਤਰ੍ਹਾਂ ਫਿੱਟ ਕੀਤੇ ਨੇ ਕਿ ਉਹਦੀ ਨਾਵਲ ਦੀ ਜਿਹੜੀ ਰੌਚਕਤਾ ਹੈ ਉਹ ਮੁਹਾਵਰਿਆਂ ਕਰਕੇ ਹੋਰ ਵੱਧਦੀ ਹੈ। ਪਾਠਕ ਦਾ ਜੀ ਕਰੀ ਜਾਂਦਾ ਹੈ ਕਿ ਮੈਂ ਇੱਕੋ ਬੈਠਕ ਦੇ ਵਿੱਚ ਇਸ ਨਾਵਲ ਨੂੰ ਪੜ੍ਹ ਦੇਵਾਂ, ਛੱਡਾਂ ਨਾ, ਅੱਗੇ ਕੀ ਵਾਪਰਨ ਵਾਲਾ ਹੈ, ਉਸ ਤੋਂ ਅੱਗੇ ਕੀ ਵਾਪਰਨ ਵਾਲਾ ਹੈ। ਜਿਹੜੇ ਪਾਤਰ ਇਹਨੇ ਲਏ ਨੇ ਸਾਰੇ ਇਸ ਨਾਵਲ ਦੇ ਵਿੱਚ, ਉਹ ਪਾਤਰ ਵੀ ਬੜੇ ਕਮਾਲ ਦੇ ਨੇ ਔਰ ਉਮਰ ਦੇ ਮੁਤਾਬਕ ਉਹਨਾਂ ਕੋਲੋਂ ਡਾਇਲੋਗ ਕਰਵਾਏ ਨੇ, ਉਹਨਾਂ ਕੋਲ ਸੰਵਾਦ ਰਚਾਏ ਨੇ। ਜਿਸ ਵੀ ਉਮਰ ਦੇ ਪਾਤਰ ਹੈਗੇ ਨੇ ਉਹਨਾਂ ਨੇ ਬਾਖੂਬੀ ਆਪਣੀ ਜਿਹੜੀ ਗੱਲ ਹੈ ਉਸੇ ਤਕਾਜ਼ੇ ਦੇ ਵਿੱਚ ਉਸੇ ਢੰਗ ਨਾਲ ਕਹੀ ਹੈ ਔਰ ਇਸ ਗੱਲ ਦੇ ਵਿੱਚ ਵੀ ਕਿਰਨਦੀਪ ਕੌਰ ਬੜੀ ਸਫਲ ਹੋਈ ਹੈ। ਔਰ ਜਿੱਥੋਂ ਤੱਕ ਜਗਜੀਤ ਹੋਰਾਂ ਦਾ ਇੱਕ ਪਾਤਰ ਆਉਂਦਾ, ਨੌਜਵਾਨ ਮੁੰਡੇ ਇਕੱਠੇ ਹੋ ਕੇ ਜਦੋਂ ਬਾਬੇ ਕੋਲ ਜਾਂਦੇ ਨੇ ਕੁਟੀਆ ਦੇ ਵਿੱਚ ਵੀ ਤੁਸੀਂ ਇਹ ਜਿਹੜੀਆਂ ਕਥਾਵਾਂ ਸੁਣਾਉਂਦੇ ਹੋ ਜਾਂ ਕਥਾ ਕਰਦੇ ਹੋ ਉਹਨਾਂ ਦੇ ਨਾਲ ਨਾਲ ਤੁਸੀਂ ਬਾਬਾ ਗੁਰੂ ਨਾਨਕ ਦੀਆਂ ਕਥਾਵਾਂ ਜਾਂ ਸਾਖੀਆਂ ਵੀ ਸੁਣਾਇਆ ਕਰੋ। ਤਾਂ ਉਹਨੂੰ ਜਦੋਂ ਉਹ ਮਿਲਦੇ ਨੇ ਬਾਬੇ ਨੂੰ ਜਾ ਕੇ ਰਿਸ਼ੀਦੇਵ ਨੂੰ, ਤਾਂ ਥੋੜ੍ਹੀ ਜਿਹੀ ਚਿੰਤਾ ਰਿਸ਼ੀਦੇਵ ਨੂੰ ਉਦੋਂ ਹੋ ਜਾਂਦੀ ਹੈ ਕਿ ਇਹ ਕੋਈ ਗੱਲ ਹੋਰ ਹੈ ਇਸ ਪਿੱਛੇ। ਲੇਕਿਨ ਮੇਰਾ ਇਹ ਸੁਝਾਅ ਹੈ ਕਿ ਜਗਜੀਤ ਹੋਰੀਆਂ ਦੀ ਐਂਟਰੀ ਤਾਂ ਬਹੁਤ ਕਮਾਲ ਦੀ ਹੁੰਦੀ ਹੈ ਕਿ ਉਹਨਾਂ ਤੋਂ ਇਉਂ ਲੱਗਦਾ ਹੈ ਕਿ ਜਗਜੀਤ ਹੋਰੀ ਇੱਕ ਬਹੁਤ ਵਧੀਆ ਕੰਮ ਇਸ ਖੇਤਰ ਵਿੱਚ ਕਰਨਗੇ, ਲੇਕਿਨ ਐਂਟਰੀ ਤੋਂ ਬਾਅਦ ਉਹਨਾਂ ਦੀ ਜਿਹੜੀ ਹੈ ਕੰਮ ਧੰਦਾ ਉਹ ਉਸ ਢੰਗ ਨਾਲ ਉਜਾਗਰ ਨਹੀਂ ਕੀਤਾ। ਮੈਂ ਸੁਝਾਅ ਮੇਰਾ ਇਹ ਹੈ ਕਿ ਜੇ ਨਾਵਲਕਾਰਾ ਜਗਜੀਤ ਹੋਰਾਂ ਰਾਹੀਂ ਇੱਕ ਪ੍ਰੋਗਰੈਸਿਵ ਲਹਿਰ ਖੜੀ ਕਰਦੀ, ਜਿਵੇਂ ਕਿਸੇ ਵੇਲੇ ਗਿਆਨੀ ਭਾਗ ਸਿੰਘ ਨੇ ਭਾਈ ਰੂਪਾ ਪਿੰਡ ਦੇ ਵਿੱਚ ਇੱਕ ਬਹੁਤ ਪ੍ਰੋਗਰੈਸਿਵ ਲਹਿਰ ਡਾਕਟਰ ਲਾਭ ਸਿੰਘ ਖੀਵਾ ਹੋਰਾਂ ਦੇ ਨਾਲ ਸ਼ੁਰੂ ਕੀਤੀ ਹੈ, ਉਸ ਤਰ੍ਹਾਂ ਇੱਕ ਪ੍ਰੋਗਰੈਸਿਵ ਲਹਿਰ ਸ਼ੁਰੂ ਕਰ ਦਿੱਤਾ, ਉਹਦੇ ਸਿੱਟੇ ਸ਼ਾਇਦ ਹੋਰ ਬਣਨੇ ਸਨ। ਤਾਂ ਸਾਨੂੰ ਇਸ ਗੱਲ ਦੀ ਥੋੜ੍ਹੀ ਜਿਹੀ ਘਾਟ ਵੀ ਮਹਿਸੂਸ ਹੋਈ ਹੈ ਮੈਨੂੰ ਜਦੋਂ ਮੈਂ ਨਾਵਲ ਪੜ੍ਹਿਆ। ਤਾਂ ਮੈਂ ਇਹ ਆਪਣੀ ਗੱਲ ਇਸ ਕਰਕੇ ਰੱਖ ਰਿਹਾ ਕਿ ਜੇ ਉੱਥੋਂ ਕੋਈ ਮੂਵਮੈਂਟ ਸ਼ੁਰੂ ਹੁੰਦੀ ਡੇਰਾਵਾਦ ਦੇ ਖਿਲਾਫ, ਅੰਧ ਵਿਸ਼ਵਾਸਾਂ ਦੇ ਖਿਲਾਫ, ਸਮਾਜਿਕ ਕੁਰੀਤੀਆਂ ਦੇ ਖਿਲਾਫ ਤੇ ਸਿੱਖਿਆ ਨੂੰ ਅੱਗੇ ਲੈ ਕੇ ਜਾਣ ਦੇ ਵਾਸਤੇ, ਤਾਂ ਸੱਚਮੁੱਚ ਹੈ ਕਿ ਉਹ ਹੋਰ ਵਜਨਦਾਰ ਕਿਰਤ ਬਣ ਜਾਣੀ ਸੀ। ਸੋ ਇਸ ਤਰ੍ਹਾਂ ਕਿਰਨਦੀਪ ਕੌਰ ਨੇ ਬਹੁਤ ਵਾਹ ਲਾਈ ਹੈ, ਬੜੇ ਜ਼ਵੇ ਨਾਲ ਇਹ ਜਿਹੜਾ ਸਾਰੀ ਕਿਰਤ ਆਪਣੀ ਪੂਰੀ ਕੀਤੀ ਹੈ। ਔਰ ਮੈਂ ਇੱਕ ਵਾਰ ਫਿਰ ਕਿਰਨਦੀਪ ਕੌਰ ਨੂੰ ਆਪਣੀਆਂ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਹੋਇਆ ਉਮੀਦ ਕਰਦਾ ਹਾਂ ਕਿ ਜਿਹੜੀਆਂ ਉਹਦੀਆਂ ਆਉਣ ਵਾਲੀਆਂ ਕਿਰਤਾਂ ਨੇ
ਜਿਹੜੀਆਂ ਉਹਦੀਆਂ ਆਉਣ ਵਾਲੀਆਂ ਲਿਖਤਾਂ ਹੋਣਗੀਆਂ ਉਹ ਯਥਾਰਥ ਦੇ ਨੇੜੇ ਹੋਣਗੀਆਂ, ਉਹ ਸਮਾਜਿਕ ਮਸਲਿਆਂ ਨੂੰ ਲੈ ਕੇ ਲਿਖੀਆਂ ਜਾਣਗੀਆਂ, ਉਹ ਲੋਕ ਲਹਿਰਾਂ ਨਾਲ ਸੰਬੰਧਿਤ ਹੋਣਗੀਆਂ। ਇਹਨਾਂ ਕੁਝ ਕਹਿੰਦਾ ਹੋਇਆ ਮੈਂ ਇੱਕ ਵਾਰ ਫਿਰ ਸਾਰੇ ਦੋਸਤਾਂ ਦਾ, ਪ੍ਰਧਾਨਗੀ ਮੰਡਲ ਦਾ ਔਰ ਵਿਸ਼ੇਸ਼ ਤੌਰ 'ਤੇ ਕਿਰਨਦੀਪ ਕੌਰ ਦਾ ਬਹੁਤ ਬਹੁਤ ਧੰਨਵਾਦ ਕਰਦਾ। ਉਹਨਾਂ ਨੂੰ ਫਿਰ ਇੱਕ ਵਾਰ ਢੇਰ ਸਾਰੀਆਂ ਮੁਬਾਰਕਾਂ ਪੇਸ਼ ਕਰਦਾ। ਬਹੁਤ ਬਹੁਤ ਧੰਨਵਾਦ। ਹਾਂਜੀ, ਬਹੁਤ ਬਹੁਤ ਧੰਨਵਾਦ ਲਛਮਣ ਮਲੂਕਾ ਜੀ। ਇਹਨਾਂ ਨੇ ਨਾਵਲ ਦੀ ਕਾਪੀ ਪਹਿਲਾਂ ਪੜ੍ਹੀ ਹੈ ਅਤੇ ਉਹਦੇ 'ਤੇ ਬਹੁਤ ਵਧੀਆ ਚਰਚਾ ਕੀਤੀ ਹੈ ਅਤੇ ਨਾਵਲ ਨੂੰ ਵਿਸਥਾਰ ਸਹਿਤ ਜਿਹੜਾ ਹੈਗਾ ਉਹਦੇ ਬਿਆਨ ਕੀਤਾ ਹੈ। ਅਤੇ ਨਾਲ ਹੀ ਜਿਹੜੀ ਹੈਗੀ ਹੈ ਇਹਨਾਂ ਨੇ ਅਧਿਆਪਕਾਂ ਦਾ ਵੀ ਜਿਹੜਾ ਯੋਗਦਾਨ ਦੱਸਿਆ ਵੀ ਕੀ ਯੋਗਦਾਨ ਹੈਗਾ ਬੱਚੇ ਦੀ ਜ਼ਿੰਦਗੀ ਦੇ ਵਿੱਚ, ਉਹਨੂੰ ਅੱਗੇ ਲਿਜਾਣ ਦੇ ਵਿੱਚ, ਅਗਵਾਈ ਕਰਨ ਦੇ ਵਿੱਚ। ਜਿਵੇਂ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਦੇ ਸੰਤ ਭੇਟਿਆ, ਪੂਰਨ ਮਨ ਪ੍ਰਕਾਸ਼। ਪ੍ਰਕਾਸ਼ ਤਾਂ ਹੀ ਹੁੰਦਾ ਜੇਕਰ ਆਪਾਂ ਗੁਰੂ ਵਾਲੀ ਬਾਣੀ 'ਤੇ ਚੱਲਦੇ ਹਾਂ। ਇਹ ਨਹੀਂ ਮਤਲਬ ਕਿ ਸੰਸਾਰ ਗੁਰੂ ਵੀ ਜਿਹੜੇ ਹੈਗੇ ਨੇ ਆਪਣੇ ਧਾਰਦੇ ਆਪਾਂ। ਅਤੇ ਹੁਣ ਮੈਂ ਜਿਹੜਾ ਹੈਗਾ ਸਾਡੇ ਦੋ ਹੋਰ ਸਾਹਿਤਕਾਰ ਇੱਥੇ ਪਹੁੰਚ ਚੁੱਕੇ ਆ, ਮੈਡਮ ਰਣਵੀਰ ਭਦੌੜ ਅਤੇ ਹਰਬੰਸ ਸਿੰਘ ਜੀ ਕੇਸਰਵਾਲਾ, ਜੋ ਆਪਣੇ ਪਿਤਾ ਦੀ ਯਾਦ ਦੇ ਵਿੱਚ ਆਏ ਸਾਲ ਜੋ ਇੱਕ ਸਮਾਗਮ ਕਰਾਉਂਦੇ ਨੇ, ਅਤੇ ਉਹਨਾਂ ਨੂੰ ਬੇਨਤੀ ਹੈ ਵੀ ਉਹ ਵੀ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰਨ। ਨਾਲ ਹੀ ਜਿਹੜੇ ਹੈਗੇ ਨੇ ਸਾਡੇ ਪੱਤਰਕਾਰ ਵੀਰ ਜੋ ਪਹੁੰਚੇ ਨੇ, ਸੁਰਿੰਦਰ ਜੀ ਸੱਚ ਕਹੂੰ ਤੋਂ, ਅਤੇ ਸੰਜੀਵ ਕੁਮਾਰ ਜੀ ਜਿਹੜੇ ਹੈਗੇ ਨੇ ਜਗਬਾਣੀ ਤੋਂ, ਉਹਨਾਂ ਦਾ ਵੀ ਇੱਥੇ ਪਹੁੰਚਣ 'ਤੇ ਜੀ ਆਇਆਂ ਆਖਿਆ ਜਾਂਦਾ ਉਹਨਾਂ ਨੂੰ ਵੀ। ਅਤੇ ਹੁਣ ਮੈਂ ਬੇਨਤੀ ਕਰਦਾ ਸ੍ਰੀ ਹੰਸ ਸਿੰਘ ਸੋਹੀ ਜੀ ਨੂੰ ਵੀ ਉਹ ਨਾਵਲ ਨੂੰ ਰਿਲੀਜ਼ ਕਰਾਉਣ ਦੀ ਜਿਹੜੀ ਕਾਰਵਾਈ ਹੈ ਰਸਮੀ ਤੌਰ 'ਤੇ ਉਹ ਸ਼ੁਰੂ ਕਰਨਗੇ। ਹਾਂਜੀ, ਬਹੁਤ ਬਹੁਤ ਧੰਨਵਾਦ ਅਤੇ ਮੁਬਾਰਕਾਂ ਵੀ ਕਿਰਨਦੀਪ ਨੂੰ, ਜਿਨ੍ਹਾਂ ਦਾ ਨਾਵਲ ਜੋ ਰਿਲੀਜ਼ ਹੋ ਚੁੱਕਿਆ ਹੈ। ਅਤੇ ਹੁਣ ਮੈਂ ਬੇਨਤੀ ਕਰਦਾ ਜਸਪਾਲ ਸਿੰਘ ਜੀ ਮਾਨਖੇੜਾ ਨੂੰ, ਜੋ ਸਾਡੇ ਅੱਜ ਦੇ ਮੁੱਖ ਬੁਲਾਰੇ ਨੇ, ਉਹ ਸਟੇਜ ਲਿਆਉਣ ਅਤੇ ਬੇਟੇ ਨੂੰ ਆਸ਼ੀਰਵਾਦ ਦੇਣ ਦੀ ਕਿਰਪਾਲਤਾ ਕਰੋ। ਸਿਰਫ ਮੇਰੇ ਹੀ ਨਹੀਂ, ਮੇਰੇ ਵਰਗੇ ਹੋਰ ਲੋਕਾਂ ਦੀ ਸੁਪਨਿਆਂ ਦੀ ਧਰਤੀ ਭਾਈ ਰੂਪਾ ਦੇ ਨਿਵਾਸੀ ਭੈਣੋ ਤੇ ਭਰਾਵੋ, ਅੱਜ ਦੇ ਇਸ ਨਾਵਲ ਦੂਜੇ ਬੁੱਧ ਵਿਵੇਕਾ ਦੀ ਰਚੇਤਾ ਬੀਬੀ ਕਿਰਨਦੀਪ ਕੌਰ ਭਾਈ ਰੂਪਾ ਬਹੁਤ ਹੀ ਸੋਹਣੇ ਸਕੂਲ ਦਾ ਸਮੁੱਚਾ ਸਟਾਫ, ਪ੍ਰਿੰਸੀਪਲ ਅੱਜ ਦੇ ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਾਡੇ ਸਿਰਮੌਰ ਨਾਵਲਕਾਰ ਬਲਦੇਵ ਸਿੰਘ ਜੀ, ਪੰਜਾਬੀ ਦੇ ਪ੍ਰਸਿੱਧ ਬਿਆਨਕਾਰ ਸ਼੍ਰੀ KL ਗਰਗ ਜੀ, ਪ੍ਰਬੰਧ ਆਲੋਚਕ ਡਾਕਟਰ ਸਰਜੀਤ ਸਿੰਘ ਬਰਾੜ ਜੀ, ਇਸ ਪਿੰਡ ਦੇ ਜੰਪਲ ਔਰ ਮੋਗੇ ਦੇ ਵਾਸੀ ਕਵੀ ਸ਼ਾਇਰ ਜੰਗੀਰ ਸਿੰਘ ਖੋਖਰ ਜੀ, ਬਹੁਤ ਸਾਰੀਆਂ ਗੱਲਾਂ ਨਾਵਲ ਬਾਰੇ ਕਰਕੇ ਗਏ ਮੇਰੇ ਦੋਸਤ ਲਛਮਣ ਮਲੂਕਾ ਜੀ, ਪੰਡਾਲ ਵਿੱਚ ਬਿਰਾਜਮਾਨ ਇਸ ਪਿੰਡ ਦੇ ਨਿਵਾਸੀ ਮੇਰੇ ਦੋਸਤ ਕਾਵੜ ਜਰਨੈਲ ਭਾਈ ਰੂਪਾ ਜੀ, ਰਣਵੀਰ ਰਾਣਾ ਜੀ, ਹਰਬੰਸ ਸਿੰਘ ਬਰਾੜ ਜੀ, ਔਰ ਇਸ ਪਿੰਡ ਨਾਲ
ਸ਼ੇਰਿਆਂ ਦੀ ਸਾਂਝ ਰੱਖਣ ਵਾਲੇ ਮੇਰੇ ਦੋਸਤ ਅਵਤਾਰ ਸਿੰਘ ਫੂਲ ਜੀ ਤੇ ਇਸ ਸਮਾਗਮ ਦੀ ਰੂਹੇ ਰਵਾਂ ਇਸ ਪਿੰਡ ਦੀ ਸ਼ਾਨ ਡਾਕਟਰ ਲਾਭ ਸਿੰਘ ਖੀਵਾ ਜੀ, ਮੈਂ ਉਹਨਾਂ ਦੀ ਹਾਜ਼ਰੀ ਵਿੱਚ ਅੱਜ ਇਹ ਗੱਲ ਦੂਜੀ ਵਾਰ ਕਰਨ ਦੀ ਗੁਸਤਾਖੀ ਕਰ ਰਿਹਾ। ਇਸ ਤੋਂ ਪਹਿਲਾਂ ਇਹ ਗੱਲ ਮੈਂ ਉਹਨਾਂ ਦੀ ਕਰਮ ਭੂਮੀ ਚੰਡੀਗੜ੍ਹ ਵਿਖੇ ਵੀ ਕੀਤੀ ਸੀ। ਅੱਜ ਉਹਨਾਂ ਦੀ ਜਨਮ ਭੂਮੀ ਵਿਖੇ ਵੀ ਕਰਨ ਦੀ ਖੁਸ਼ੀ ਲੈ ਰਿਹਾ। ਗਿਆਨੀ ਭਾਗ ਸਿੰਘ ਹੋਰਾਂ ਨੇ ਜੋ ਬੂਟੇ ਲਾਏ ਸੀ, ਉਹਨਾਂ ਵਿੱਚੋਂ ਇੱਕ ਬਾਬਾ ਬੋੜ ਡਾਕਟਰ ਲਾਭ ਸਿੰਘ ਖੀਵਾ ਨੇ, ਜਿਨ੍ਹਾਂ ਨੇ ਅੱਗੇ ਹੋਰ ਬਹੁਤ ਸਾਰੇ ਪੌਦਿਆਂ ਨੂੰ ਪਾਣੀ ਦੇ ਕੇ ਯੋਗ ਬਣਾਇਆ। ਅੱਜ ਜੇ ਮੈਂ ਤੁਹਾਡੇ ਸਾਹਮਣੇ ਖੜਾ ਕੁਝ ਸ਼ਬਦ ਬੋਲ ਰਿਹਾ ਜਾਂ ਇਸ ਸਥਿਤੀ 'ਤੇ ਆ ਸਕਿਆ ਤਾਂ ਇਸ ਵਿੱਚ ਬਹੁਤ ਵੱਡਾ ਯੋਗਦਾਨ ਡਾਕਟਰ ਲਾਭ ਸਿੰਘ ਖੀਵਾ ਦਾ। ਮੈਂ ਤੇ ਮੇਰਾ ਦੋਸਤ ਰਣਵੀਰ ਰਾਣਾ ਇੱਥੇ ਹਾਜ਼ਰ ਹੈ। ਜੇਕਰ ਸਾਡੀ ਜ਼ਿੰਦਗੀ ਵਿੱਚ ਡਾਕਟਰ ਲਾਭ ਸਿੰਘ ਖੀਵਾ ਨਾ ਆਉਂਦੇ ਤਾਂ ਅੱਜ ਅਸੀਂ ਸਧਾਰਨ ਮੁਲਾਜ਼ਮ ਰਿਟਾਇਰ ਹੋਏ ਹੁੰਦੇ। ਬਠਿੰਡੇ ਵਿੱਚ ਹੋ ਸਕਦਾ ਘਰ ਵੱਡਾ ਪਾ ਲਿਆ ਹੁੰਦਾ, ਹੋ ਸਕਦਾ ਗੱਡੀ ਵੱਡੀ ਲੈ ਲਈ ਹੁੰਦੀ, ਪਰ ਪੰਜਾਬ ਦੇ ਜਿਹੜੇ ਸਾਹਿਤਕ ਹਲਕਿਆਂ ਵਿੱਚ ਸਾਡੀ ਜਿਹੜੀ ਹੈ ਨਹੀਂ ਸੀ ਰਸਾਈ ਹੋਣੀ। ਮੈਂ ਡਾਕਟਰ ਲਾਭ ਸਿੰਘ ਖੀਵਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ। ਉਹਨਾਂ ਦਾ ਇਸ ਗੱਲ ਕਰਕੇ ਵੀ ਧੰਨਵਾਦੀ ਹਾਂ ਕਿ ਉਹਨਾਂ ਨੇ ਕਿਰਨਦੀਪ ਕੌਰ ਭਾਈ ਰੂਪਾ ਨੂੰ ਵੀ ਹਲਾਸ਼ੇਰੀ ਦੇ ਕੇ ਇਸ ਸਾਹਿਤਕ ਖੇਤਰ ਵਿੱਚ ਤੋਰਿਆ। ਮੈਂ ਆਪਣੇ ਵੱਲੋਂ ਭਾਈ ਰੂਪੇ ਦੀ ਇਸ ਇਤਿਹਾਸਕ ਧਰਤੀ ਨੂੰ, ਜਿਸ ਨੂੰ ਕਦੇ ਮਾਸਕੋ ਕਿਹਾ ਜਾਂਦਾ ਸੀ ਜਾਂ ਲੈਨਿਨਗ੍ਰਾਦ ਕਿਹਾ ਜਾਂਦਾ ਸੀ, ਉਸ ਨੂੰ ਸਲਾਮ ਕਰਦਾ। ਗਿਆਨੀ ਭਾਗ ਸਿੰਘ ਜੀ, ਕਾਮਰੇਡ ਗੁਰਦੇਵ ਸਿੰਘ ਸੰਧੂ ਜੀ, ਸ਼ਹੀਦ ਕਾਮਰੇਡ ਹਰਪਾਲ ਖੋਖਰ ਨੂੰ ਸਿਜਦਾ ਕਰਦਾ, ਜਿਨ੍ਹਾਂ ਨੇ ਆਪਣੀ ਸੁੱਖ ਆਰਾਮ ਛੱਡ ਕੇ ਲੋਕਾਈ ਵਾਸਤੇ, ਆਮ ਜਨਤਾ ਵਾਸਤੇ ਜਾਂ ਸਮਾਜ ਦੀ ਭਲਾਈ ਵਾਸਤੇ ਆਪਣੀ ਜ਼ਿੰਦਗੀ ਦਾ ਬਿਹਤਰ ਹਿੱਸਾ ਲੇਖੇ ਲਾਇਆ। ਇਸ ਧਰਤੀ ਤੋਂ ਗੁਰਦੇਵ ਖੋਖਰ, ਜਗਤਾਰ ਸਿੰਘ ਸਿੱਧੂ, ਜਰਨੈਲ ਭਾਈ ਰੂਪਾ, ਕਾਮਰੇਡ ਸਰੂਪ ਸਿੰਘ, ਇਹ ਸਾਰੇ ਜੋ ਹੋਏ ਨੇ, ਉਹਨਾਂ ਨੂੰ ਵੀ ਇਹਨਾਂ ਨੇ ਮਿਨਰਲ ਦੇ ਕੇ ਅੱਗੇ ਜ਼ਿੰਦਗੀ ਵਿੱਚ ਕਾਮਯਾਬ ਕੀਤਾ। ਲਛਮਣ ਲੂਕਾ ਨੇ ਕਾਫੀ ਸਾਰੀਆਂ ਗੱਲਾਂ ਇੱਥੇ ਨਾਵਲ ਬਾਰੇ ਕਰ ਦਿੱਤੀਆਂ ਨੇ। ਜਦੋਂ ਕਾਰਡ 'ਤੇ ਮੈਂ ਆਪਣਾ ਨਾਂ ਮੁੱਖ ਵਕਤਾ ਦੇ ਤੌਰ 'ਤੇ ਪੜ੍ਹਿਆ ਤਾਂ ਮੈਨੂੰ ਥੋੜ੍ਹਾ ਜਿਹਾ ਘਬਰਾਹਟ ਵੀ ਹੋਈ। ਉਸਦੇ ਕੁਝ ਕਾਰਨ ਨੇ। ਮੈਂ ਡਾਕਟਰ ਨਹੀਂ, ਇਹਨਾਂ ਦੋਸਤਾਂ ਨੇ ਮੇਰੇ ਨਾਲ ਡਾਕਟਰ ਲਾ ਕੇ ਚਲੋ ਨਹੀਂ ਪਤਾ ਸੀ। ਮੈਂ ਇਸ ਗੱਲ ਦੀ ਮੈਨੂੰ ਘਬਰਾਹਟ ਹੋਈ ਕਿ ਮੈਂ ਇੱਕ ਕ੍ਰੀਏਟਿਵ ਰਾਈਟਰ ਹੋਣ ਦੇ ਨਾਤੇ ਆਪਣੀਆਂ ਜਿਹੜੀਆਂ ਗੱਲਾਂ ਇੱਕ ਆਲੋਚਕ ਦੇ ਤੌਰ 'ਤੇ ਜਿੰਨੀਆਂ ਗੱਲਾਂ ਜਾਂ ਜਿੰਨੀਆਂ ਨਾਵਲ ਬਾਰੇ ਡਾਕਟਰ ਸੁਰਜੀਤ ਬਰਾੜ ਜਾਂ ਡਾਕਟਰ ਲਾਭ ਸਿੰਘ ਖੀਵਾ ਕਰ ਸਕਦੇ ਨੇ, ਉਹਨੀਆਂ ਨਹੀਂ ਕਰ ਸਕਦਾ। ਮੇਰੇ ਬਹੁਤ ਸਾਰੇ ਦੋਸਤਾਂ ਨੇ ਉਹ ਗੱਲ ਸੁਣੀ ਵੀ ਹੋਊ। ਡਾਕਟਰ ਜੀਤ ਸਿੰਘ ਜੋਸ਼ੀ ਅਕਸਰ ਇਸ ਗੱਲ ਸੁਣਾਉਣ ਨੂੰ ਇੱਕ ਦ੍ਰਿਸ਼ਟਾਂਤ ਕਹਿੰਦੇ ਨੇ। ਮੈਂ ਆਪਣੀ ਜੋ ਗਲਤ ਨਾਵਲ ਬਾਰੇ ਸੰਖੇਪ ਵਿੱਚ ਕਰਾਂਗਾ, ਉਸ ਤੋਂ ਪਹਿਲਾਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਮਾਲਵੇ ਦੇ ਇੱਕ ਕਿਸਾਨ ਬ੍ਰਾਹਮਣ ਦੀ ਬੇਟੀ ਸ਼ਹਿਰੀ ਪਰਿਵਾਰ ਵਿੱਚ ਵਿਆਹੀ ਗਈ, ਜਿੱਥੇ ਪੰਡਤਾਈ ਸੀ, ਪੰਡਤਾਊਪਣਾ ਸੀ। ਉਹ ਕਿਸਾਨ ਪਰਿਵਾਰ ਖੇਤੀ ਕਰਦਾ ਸੀ। ਉਸ ਕਿਸਾਨ ਬ੍ਰਾਹਮਣ ਨੂੰ ਸਿਰਫ ਰਾਮ ਤੋਂ ਬਿਨਾਂ ਅੱਗੇ ਭਗਤੀ ਦੇ ਨਾਂ 'ਤੇ, ਪੂਜਾ ਪਾਠ ਦੇ ਨਾਂ 'ਤੇ ਕੁਛ ਨਹੀਂ ਆਉਂਦਾ ਸੀ। ਪਰ ਜਿਸ ਘਰ ਵਿੱਚ ਉਹ ਕੁੜੀ ਵਿਆਹੀ ਗਈ, ਉਸ ਘਰ ਵਿੱਚ ਚਾਹ ਪੀਣ ਤੋਂ ਪਹਿਲਾਂ ਨਹਾ ਕੇ ਪੂਜਾ ਪਾਠ ਕਰਕੇ ਫਿਰ ਚਾਹ ਮਿਲਦੀ ਸੀ। ਪਰ ਉਹ ਕਿਸਾਨ ਬ੍ਰਾਹਮਣ ਪਹਿਲਾਂ ਗੜਬੀ ਚਾਹ ਦੀ ਪੀ ਕੇ ਫਿਰ ਉਹਦਾ ਸਰੀਰ ਬਣਦਾ ਸੀ। ਤੇ ਇੱਕ ਵਾਰ ਉਹ ਆਪਣੀ ਬੇਟੀ ਨੂੰ ਲੈਣ ਵਾਸਤੇ ਉਸਦੇ ਸਹੁਰੇ ਘਰ ਚਲਾ ਗਿਆ ਸ਼ਹਿਰ 'ਚ।
ਕੁੜੀ ਨੂੰ ਆਪਣੇ ਪਿਤਾ ਬਾਰੇ ਪਤਾ ਸੀ ਕਿ ਇਹ ਚਮਚਾ ਭੁੱਕੀ ਦਾ ਵੀ ਖਾਂਦਾ ਹੈ ਤੇ ਚਾਹ ਬਿਨਾਂ ਵੀ ਇਹਦਾ ਸਰਦਾ ਨਹੀਂ। ਉਹ ਆਪਦੇ ਬਾਪੂ ਨੂੰ ਕਹਿੰਦੀ ਵੀ ਬਾਪੂ ਮੇਰੀ ਬੇਇੱਜ਼ਤੀ ਨਾ ਕਰਾ ਦੀ, ਭੁੱਕੀ ਤਾਂ ਤੂੰ ਅੰਦਰ ਬਾਥਰੂਮ ਵਿੱਚ ਚੋਰੀ ਛਿਪੇ ਖਾ ਲਈ, ਪਰ ਚਾਹ ਪੀਣ ਤੋਂ ਪਹਿਲਾਂ ਨਹਾਉਣਾ ਪਊ, ਸਿਆਲ ਦੀ ਰੁੱਤ ਸੀ, ਪਾਣੀ ਠੰਡਾ ਸੀ। ਉਹ ਅੰਦਰ ਵੜਿਆ ਤੇ ਕੁੜੀ ਨੇ ਸ਼ਰਤ ਇਹ ਵੀ ਰੱਖਦੀ ਨਹਾਉਣ ਵੇਲੇ ਉੱਚੀ ਉੱਚੀ ਪਾਠ ਵੀ ਕਰਨਾ ਪਊ। ਤੇ ਉਸਨੇ ਠੰਡੇ ਪਾਣੀ ਹੇਠ ਜਦੋਂ ਖੜਾ ਹੋ, ਹੁਣ ਪਾਠ ਉਹਨੂੰ ਰਾਮ ਤੋਂ ਬਿਨਾਂ ਆਉਂਦਾ ਨਹੀਂ ਸੀ, ਉਹ ਨਾਲ ਪਾਠ ਕਰੀ ਜਾਂਦਾ, ਆਉਂਦਾ ਨਹੀਂ ਜਾਂਦਾ ਨਹੀਂ, ਕੁੜੀ ਖੜੇ ਪੈ ਗਈ, ਆਉਂਦਾ ਨਹੀਂ ਜਾਂਦਾ ਨਹੀਂ, ਕੁੜੀ ਖੜੇ ਪੈ ਗਈ। ਉਹ ਗੱਲ ਹੈ, ਉਹ ਹਾਲਤ ਮੇਰੀ ਹੋਈ ਹੈ ਕਿ ਮੈਂ ਆਲੋਚਨਾ ਦੇ ਖੇਤਰ ਦਾ ਰਾਹੀ ਨਹੀਂ, ਪਰ ਫਿਰ ਵੀ ਜੋ ਮੇਰੀ ਡਿਊਟੀ ਲੱਗੀ ਹੈ ਮੈਂ ਜਿੰਨੇ ਕੁ ਯੋਗ ਹਾਂ ਉਸ ਨੂੰ ਨਿਭਾਉਣ ਦੀ ਕੋਸ਼ਿਸ਼ ਕਰਾਂ। ਪੰਜਾਬੀ ਨਾਵਲ ਨਾਨਕ ਸਿੰਘ ਤੋਂ ਸ਼ੁਰੂ ਹੁੰਦਾ ਹੈ। ਨਾਨਕ ਸਿੰਘ ਸ਼ਹਿਰੀ ਮੱਧ ਵਰਗ ਦੇ ਨਾਵਲਕਾਰ ਨੇ ਤੇ ਪੰਜਾਬੀ ਜਗਤ ਨੂੰ ਨਾਵਲ ਨਾਲ ਜੋੜਨ ਵਿੱਚ ਨਾਨਕ ਸਿੰਘ ਹੋਰਾਂ ਦਾ ਇੱਕ ਵੱਡਾ ਯੋਗਦਾਨ ਹੈ, ਵੱਡਾ ਹੱਥ ਹੈ। ਅੱਜ ਜੋ ਪਹਿਲੀ ਪੀੜ੍ਹੀ ਦਾ ਪਾਠਕ ਵਰਗ ਹੈ, ਜਿਸ ਦਾ ਜ਼ਿਕਰ ਅਸੀਂ ਗਿਆਨੀ ਭਾਗ ਸਿੰਘ ਜੀ ਹੋਰਾਂ ਦੇ ਰੂਪ ਵਿੱਚ ਕਰਦੇ ਹਾਂ, ਉਹ ਪਾਠਕ ਵਰਗ ਨਾਨਕ ਸਿੰਘ ਤੋਂ ਪ੍ਰੇਰਨਾ ਲੈ ਕੇ ਸਾਹਿਤ ਦੇ ਖੇਤਰ ਵਿੱਚ ਆਇਆ ਤੇ ਉਸ ਦੇ ਨਾਵਲ ਪੜ੍ਹ ਕੇ ਉਸ ਵੇਲੇ ਦੀਆਂ ਰਾਜਸੀ ਸਮਾਜਿਕ ਤੇ ਹੋਰ ਜਿਹੜੀਆਂ ਪਰਿਸਥਿਤੀਆਂ ਸੀ ਸਾਡੇ ਸਟੇਟ ਦੀਆਂ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਦੇਸ਼ ਦੇ ਹਾਲਾਤ ਸਮਝਣ ਦੀ ਕੋਸ਼ਿਸ਼ ਕੀਤੀ। ਨਾਨਕ ਸਿੰਘ ਤੋਂ ਬਾਅਦ ਜਸਵੰਤ ਸਿੰਘ ਕੰਵਲ ਪੇਂਡੂ ਖੇਤਰ ਨੂੰ ਆਪਣੇ ਨਾਵਲ ਵਿੱਚ ਲੈ ਕੇ ਆਉਂਦੇ ਨੇ ਤੇ ਨਾਲ ਦੀ ਨਾਲ ਉਹ ਰੋਮਾਂਟਿਕ ਆਦਰਸ਼ਵਾਦ ਤੇ ਪ੍ਰਗਤੀਵਾਦੀ ਲਹਿਰ ਦੇ ਅਧੀਨ ਇਸ ਨਾਵਲ ਦੀ ਆਪਣੇ ਵੀ ਸਿਰਜਣਾ ਕਰਦੇ ਨੇ। ਰਾਤ ਬਾਕੀ ਹੈ, ਲਹੂ ਦੀ ਲੋ ਤੇ ਹੋਰ ਬਹੁਤ ਸਾਰੇ ਨਾਵਲ ਉਹਨਾਂ ਦੇ ਇਸ ਲੜੀ ਵਿੱਚ ਆਉਂਦੇ ਨੇ ਤੇ ਉਹ ਪੰਜਾਬ ਦੇ ਪਿੰਡਾਂ ਦਾ ਇੱਕ ਪਾਠਕ ਵਰਗ ਆਪਣੇ ਨਾਵਲਾਂ ਰਾਹੀਂ ਪੈਦਾ ਕਰ ਲੈਂਦੇ ਨੇ। ਜਸਵੰਤ ਸਿੰਘ ਕੰਵਲ ਤੋਂ ਬਾਅਦ ਗੁਰਦਿਆਲ ਸਿੰਘ ਜਦ ਇਸ ਖੇਤਰ ਵਿੱਚ ਆਉਂਦੇ ਨੇ ਤਾਂ ਉਹ ਯਥਾਰਥਵਾਦ, ਨਿਮਨ ਕਿਰਤੀ ਸ਼੍ਰੇਣੀ ਦਾ ਦੁਖਾਂਤ, ਉਹਨਾਂ ਦੀਆਂ ਸਮੱਸਿਆਵਾਂ ਲੈ ਕੇ ਆਪਣੀ ਨਾਵਲ ਦੀ ਸਿਰਜਣਕਾਰੀ ਕਰਦੇ ਨੇ। ਤਾਂ ਇੱਕ ਹੋਰ ਪਾਠਕ ਵਰਗ ਉਸ ਨਾਵਲ, ਉਹਨਾਂ ਦੇ ਨਾਵਲਾਂ ਰਾਹੀਂ ਇੱਕ ਇੱਥੇ ਹੋਰ ਪਾਠਕ ਵਰਗ ਪੈਦਾ ਹੁੰਦਾ ਹੈ। ਉਸੇ ਲੜੀ ਨੂੰ ਅੱਗੇ ਰਾਮ ਸਰੂਪ ਅਣਖੀ ਤੇ ਸਾਡੇ ਬਲਦੇਵ ਸਿੰਘ ਜੀ ਉਸੇ ਲੜੀ ਨੂੰ ਅੱਗੇ ਤੋਰਦੇ ਨੇ। ਅੱਜ ਜਿੰਨਾ ਪਾਠਕ ਵਰਗ ਜਸਵੰਤ ਸਿੰਘ ਕੰਵਲ, ਰਾਮ ਸਰੂਪ ਅਣਖੀ ਤੇ ਬਲਦੇਵ ਸਿੰਘ ਹੋਰਾਂ ਦਾ ਹੈਗਾ, ਹੋਰ ਦੂਜੇ ਨਾਵਲਕਾਰਾਂ ਦੇ ਹਿੱਸੇ ਨਹੀਂ ਆਇਆ। ਈਵਨ ਗੁਰਦਿਆਲ ਸਿੰਘ ਦੇ ਨਾਵਲ ਵੀ ਉਸ ਰੂਪ ਵਿੱਚ ਜਿਸ ਰੂਪ ਵਿੱਚ ਇਹਨਾਂ ਤਿੰਨਾਂ ਨਾਵਲਕਾਰਾਂ ਦੇ ਨਾਵਲ ਪੜ੍ਹੇ ਗਏ ਨੇ, ਉਸ ਰੂਪ ਵਿੱਚ ਗੁਰਦਿਆਲ ਸਿੰਘ ਹੋਰਾਂ ਦੇ ਨਾਵਲ ਵੀ ਨਹੀਂ ਪੜ੍ਹੇ ਗਏ। ਕਰਮਜੀਤ ਕੁੱਸਾ ਹੋਰਾਂ ਦੇ ਯਥਾਰਥਵਾਦੀ ਨਾਵਲਾਂ ਨਾਲ ਇੱਕ ਹੋਰ ਆਸ ਦੀ ਕਿਰਨ ਬੱਝੀ ਸੀ, ਪਰ ਉਹਨਾਂ ਦੀ ਬੇਵਕਤ ਮੌਤ ਨਾਲ ਨਾਵਲਕਾਰੀ ਦੇ ਖੇਤਰ ਵਿੱਚ ਇੱਕ ਬਹੁਤ ਵੱਡਾ ਘਾਟਾ ਪਿਆ। ਇੱਕ ਪੂਰੀ ਪੀੜ੍ਹੀ ਅੱਜ ਨਾਵਲ ਲਿਖ ਰਹੀ ਹੈ। ਬਹੁਤ ਸਾਰੇ ਉਹ ਲੋਕ ਵੀ ਨਾਵਲ ਲਿਖ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਕਹਾਣੀ ਦੇ ਖੇਤਰ 'ਤੇ ਆਪਣੇ ਹੱਥ ਅਜਮਾਏ ਨੇ, ਕਹਾਣੀ ਦੇ ਖੇਤਰ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਕਹਾਣੀ ਦੇ ਖੇਤਰ ਵਿੱਚ ਜਦ ਉਹਨਾਂ ਨੂੰ ਲੱਗਦਾ ਹੈ ਕਿ ਜੋ ਮੈਂ ਗੱਲ ਕਰਨੀ ਚਾਹੁੰਦਾ ਲੋਕਾਂ ਨਾਲ ਜਾਂ ਪਾਠਕਾਂ ਨਾਲ, ਜਿਸ ਕਿਸਮ ਦੀ ਮੈਂ ਸਾਂਝ ਪਾਉਣੀ ਚਾਹੁੰਦਾ, ਕਹਾਣੀ ਵਿੱਚ ਉਹ ਪਾਈ ਨਹੀਂ ਜਾ ਸਕਦੀ, ਇਸ ਵਕਤ ਕਰਕੇ ਉਹ ਕਹਾਣੀ ਦੀ ਬਜਾਏ ਅੱਗੇ ਨਾਵਲਕਾਰ ਬਣ ਜਾਂਦੇ ਨੇ। ਬਲਬੀਰ ਪਰਵਾਨਾ ਤੋਂ ਲੈ ਕੇ ਇਸ ਕਿਸਮ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਨੇ। ਖੁਸ਼ੀ ਦੀ ਗੱਲ ਹੈ ਕਿ ਸਾਡੇ ਪੰਜਾਬੀ ਨਾਵਲ ਦੇ ਖੇਤਰ ਵਿੱਚ ਉਹੇ ਜਿਹੇ ਨੌਜਵਾਨ ਨਾਵਲਕਾਰ ਵੀ ਆ ਰਹੇ ਨੇ ਜਿਹੜੇ ਆਪਣੀ ਸ਼ੁਰੂਆਤ ਨਾਵਲ ਤੋਂ ਕਰਦੇ ਨੇ, ਜਿਨ੍ਹਾਂ ਦੀ ਸਭ ਤੋਂ ਉੱਘੜੀ ਮਿਸਾਲ ਯਾਦਵਿੰਦਰ ਸੰਧੂ ਦੇ ਰੂਪ ਵਿੱਚ ਦਿੱਤੀ ਜਾ ਸਕਦੀ ਹੈ, ਜਿਹੜੇ ਸਾਡੇ ਬਠਿੰਡਾ ਜ਼ਿਲ੍ਹੇ ਦੇ ਹੀ ਕੋਟ ਫੱਤਾ ਪਿੰਡ ਦੇ ਵਸਨੀਕ ਨੇ। ਰੀਜਨਲ ਸੈਂਟਰ ਦੇ ਉਹ ਵਿਦਿਆਰਥੀ ਰਹੇ ਨੇ ਤੇ ਆਪਣੇ ਵਿਦਿਆਰਥੀ ਜੀਵਨ ਵਿੱਚ ਉਹਨਾਂ ਨੇ ਇੱਕ ਨਾਵਲ ਲਿਖਿਆ, ਵਕਤ ਬੀਤਿਆ ਨਹੀਂ। ਇਸ ਨਾਵਲ ਦੀ ਬਹੁਤ ਚਰਚਾ ਹੋਈ ਹੈ। ਇਸ ਨਾਵਲ ਨੂੰ ਭਾਰਤੀ ਸਾਹਿਤ ਅਕੈਡਮੀ ਦਾ ਯੁਵਾ ਸਾਹਿਤਕਾਰ ਪੁਰਸਕਾਰ ਵੀ ਮਿਲਿਆ ਤੇ ਇਸ
ਹੌਸਲੇ ਤੇ ਉਦਮ ਨਾਲ ਜਿੱਥੇ ਯਾਦਵਿੰਦਰ ਸੰਧੂ ਹੋਰ ਨਾਵਲਕਾਰੀ ਕਰ ਰਿਹਾ ਹੈ, ਉਸ ਤੋਂ ਪ੍ਰੇਰਿਤ ਹੋ ਕੇ ਹੋਰ ਇੱਕ ਨਵਾਂ ਪੂਰ ਜਿਹੜਾ ਨੌਜਵਾਨਾਂ ਦਾ ਪੂਰ ਹੈ ਉਹ ਵੀ ਨਾਵਲ ਵਾਲੇ ਪਾਸੇ ਆ ਰਿਹਾ ਹੈ, ਜਿਸ ਵਿੱਚ ਪਿਛਲੇ ਦਿਨੀ ਮਨਜਿੰਦਰ ਮਾਖਾ ਦਾ ਇੱਕ ਨਾਵਲ ਬੜਾ ਚਰਚਿਤ ਹੋਇਆ ਹੈਗਾ, ਜਿਸ ਦੀ ਚੰਡੀਗੜ੍ਹ ਸ਼ਹਿਰ ਵਿੱਚ ਵੀ ਗੋਸ਼ਟੀ ਕੀਤੀ ਗਈ ਹੈ। ਉਸ 'ਤੇ ਬੜੀ ਚਰਚਾ ਹੋਈ ਹੈ। ਮਨਜਿੰਦਰ ਮਾਖਾ ਦੇ ਰੂਪ ਵਿੱਚ ਸਾਡੇ ਕੋਲ ਇੱਕ ਨਵਾਂ ਨਾਵਲਕਾਰ ਵੀ ਆਇਆ ਹੈ। ਅੱਜ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇਸ ਨਗਰ ਦੀ ਜੰਮਪਲ ਬੀਬੀ ਕਿਰਨਦੀਪ ਕੌਰ ਭਾਈ ਰੂਪਾ, ਜਿਸ ਨੂੰ ਨਾਵਲ ਵਾਸਤੇ ਪ੍ਰੇਰਨਾ, ਨਾਵਲ ਲਿਖਣ ਵਾਸਤੇ ਜਾਂ ਸਾਹਿਤ ਵਾਲੇ ਪਾਸੇ ਲਾਉਣ ਵਿੱਚ ਮਾਸਟਰ ਸੂਹੀ ਸਾਹਿਬ ਤੇ ਜਗਨਨਾਥ ਜੀ ਹੋਰਾਂ ਦਾ ਵਿਸ਼ੇਸ਼ ਯੋਗਦਾਨ ਹੈ। ਭਾਈ ਰੂਪੇ ਦੀ ਇਸ ਜਰਖੇਜ ਭੂਮੀ ਦਾ, ਜਿੱਥੇ ਸਾਹਿਤ ਬੇਸ਼ੱਕ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਇਹ ਸਾਹਿਤ ਤੋਂ ਅੱਜ ਦੀ ਪੀੜ੍ਹੀ ਦੂਰ ਹੋ ਗਈ ਹੈ, ਪਰ ਜਿਹੜੀ ਹਰ ਮਿੱਟੀ ਹੈਗੀ ਉਹਦੀ ਆਪਣੀ ਵੱਖਰੀ ਇੱਕ ਪਹਿਚਾਣ ਹੁੰਦੀ ਹੈ। ਭਾਈ ਰੂਪੇ ਦੀ ਇੱਕ ਅਗਾਂਹਵਧੂ ਤੇ ਸੁਲਝੇ ਹੋਏ ਲੋਕਾਂ ਦੀ ਜੋ ਪਛਾਣ ਹੈ, ਉਸ ਪਛਾਣ ਨੂੰ ਬੀਬੀ ਕਿਰਨਦੀਪ ਕੌਰ ਨੇ ਅੱਜ ਕਾਇਮ ਹੀ ਨਹੀਂ ਰੱਖਿਆ, ਸਗੋਂ ਇੱਕ ਹੋਰ ਕਦਮ ਅੱਗੇ ਪੁੱਟ ਕੇ ਭਾਈ ਰੂਪੇ ਦੇ ਨਾਮ ਨੂੰ ਰੋਸ਼ਨ ਕੀਤਾ ਹੈ। ਇਕੱਲੇ ਭਾਈ ਰੂਪੇ ਦੇ ਨਾਮ ਨੂੰ ਹੀ ਨਹੀਂ, ਉਹਨਾਂ ਨੇ ਪੰਜਾਬੀ ਨਾਵਲਕਾਰੀ ਦੇ ਖੇਤਰ ਵਿੱਚ ਵੀ ਆਸ ਦੀ ਇੱਕ ਕਿਰਨ ਜਗਾਈ ਹੈ। ਮੈਂ ਉਹਨਾਂ ਨੂੰ ਹੁਣੇ ਪੁੱਛ ਰਿਹਾ ਸੀ ਕਿ ਤੁਹਾਡੇ ਅਗਲੇ ਨਾਵਲ ਦੀ ਕੀ ਸਥਿਤੀ ਹੈ। ਉਹਨਾਂ ਨੇ ਕਿਹਾ ਕਿ ਮੇਰੇ 7-8 ਨਾਵਲ ਲਿਖੇ ਪਏ ਨੇ ਤੇ ਉਹ ਜਲਦੀ ਮੈਂ ਛਪਾਉਣ ਜਾ ਰਹੀ ਹਾਂ। ਮੈਂ ਜਿੱਥੇ ਇਸ ਗੱਲ ਲਈ, ਇੰਨੇ ਨਾਵਲ ਲਿਖਣ ਲਈ ਆਪਣੀ ਛੋਟੀ ਭੈਣ ਨੂੰ ਮੁਬਾਰਕਬਾਦ ਦੇਵਾਂਗਾ, ਉੱਥੇ ਨਾਲ ਦੀ ਨਾਲ ਉਹਦਾ ਇੱਕ ਵੱਡਾ ਵੀਰ ਹੋਣ ਦੇ ਨਾਤੇ ਇਹ ਵੀ ਸਲਾਹ ਦੇਵਾਂਗਾ ਕਿ ਉਹ ਪੰਜਾਬੀ ਨਾਵਲਕਾਰੀ ਵਿੱਚ ਆਪਣਾ ਇੱਕ ਕਦਮ ਰੱਖ ਚੁੱਕੀ ਹੈ, ਆਪਣੀ ਇੱਕ ਸਥਾਨ ਅਜੇ ਉਸਨੇ ਬਣਾਉਣਾ ਹੈ। ਇਹ ਨਾਵਲ ਉਸ ਦੀ ਐਂਟਰੀ ਹੈ। ਅਗਲਾ ਆਉਣ ਵਾਲਾ ਨਾਵਲ ਇਸ ਤੋਂ 21 ਹੋਣਾ ਚਾਹੀਦਾ ਹੈ। ਮੈਂ ਉਹਨਾਂ ਨੂੰ ਇਹ ਸਲਾਹ ਦੇਵਾਂਗਾ ਕਿ ਹੋਰ ਮਿਹਨਤ ਕਰਕੇ ਜਿਹੜਾ ਆਪਣਾ ਅਗਲਾ ਨਾਵਲ ਹੈ ਉਹ ਲੈ ਕੇ ਆਉਣਗੇ, ਕਿਉਂਕਿ ਬਲਦੇਵ ਸਿੰਘ ਜੀ ਸਾਡੇ ਕੋਲ ਬੈਠੇ ਨੇ, KL ਗਰਗ ਸਾਹਿਬ ਬੈਠੇ ਨੇ, ਇਹਨਾਂ ਤੋਂ ਅਸੀਂ ਸੁਣਦੇ ਰਹੇ ਹਾਂ ਕਿ ਪ੍ਰੋਫੈਸਰ ਗੁਰਦਿਆਲ ਸਿੰਘ ਨੇ ਆਪਣਾ ਨਾਵਲ ਮੜੀ ਦਾ ਦੀਵਾ ਦਰਜਨਾਂ ਵਾਰ ਲਿਖਿਆ ਸੀ। ਉਹਨਾਂ ਸਮਿਆਂ ਵਿੱਚ ਅੱਜ ਵਾਂਗ ਕੰਪਿਊਟਰ ਜਾਂ ਮੋਬਾਈਲ ਦੀ ਸਹੂਲਤ ਨਹੀਂ ਸੀ, ਹੱਥ ਨਾਲ ਉਹਨਾਂ ਦਾ ਉਹ ਨਾਵਲ ਇੱਕ ਮੀਲ ਪੱਥਰ ਵੀ ਹੈ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਸਾਡੇ ਜਿਹੜੇ ਨਵੇਂ ਲੇਖਕ ਨੇ, ਨਵੇਂ ਹੀ ਨਹੀਂ ਜੋ ਇਸ ਖੇਤਰ ਦੇ ਲੇਖਕ ਨੇ, ਉਹਨਾਂ ਸਾਰਿਆਂ ਨੂੰ ਸਖਤ ਮਿਹਨਤ ਦੇ ਨਾਲ ਆਪਣਾ ਜਿਹੜਾ ਨਾਵਲ ਜਾਂ ਕੋਈ ਵੀ ਰਚਨਾ ਕਰਨੀ ਚਾਹੀਦੀ ਹੈ। ਮੈਂ ਬੀਬੀ ਕਿਰਨਦੀਪ ਨੂੰ ਵੀ ਇਹੀ ਸਲਾਹ ਦੇਵਾਂਗਾ ਕਿ ਉਹ ਆਪਣੇ ਆਉਣ ਵਾਲੇ ਨਾਵਲ 'ਤੇ ਹੋਰ ਮਿਹਨਤ ਕਰੇ, ਤਾਂ ਜੋ ਇਸ ਦਾ ਜਿਹੜਾ ਸਥਾਨ ਹੈ ਪੰਜਾਬੀ ਨਾਵਲਕਾਰੀ ਵਿੱਚ ਸਥਿਰ ਹੋ ਸਕੇ। ਆਪਣੇ ਮੂੰਹੋਂ ਇਹ ਗੱਲ ਕਹਿਣੀ ਮੈਨੂੰ ਚੰਗੀ ਨਹੀਂ ਲੱਗਦੀ, ਪਰ ਫਿਰ ਵੀ ਮੈਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ। ਮੇਰੇ ਦੋਸਤ ਜੋ ਇੱਥੇ ਪੰਡਾਲ ਵਿੱਚ ਬੈਠੇ ਵੀ ਨੇ, ਉਹਨਾਂ ਨੂੰ ਪਤਾ ਹੈ ਕਿ ਮੈਂ ਆਪਣਾ ਨਵਾਂ ਨਾਵਲ ਹਰ ਮਿੱਟੀ ਦੀ ਆਪਣੀ ਖਸਲਤ, ਜੋ ਪੰਜਾਬ 'ਚ ਵਾਪਰੀ ਇੱਕ ਸੱਚੀ ਘਟਨਾ 'ਤੇ ਆਧਾਰਿਤ ਹੈ, ਉਸ ਨੂੰ ਮੈਂ ਇਸ ਤੋਂ ਪਹਿਲਾਂ 6 ਵਾਰ ਹੱਥ ਨਾਲ ਲਿਖ ਚੁੱਕਿਆ ਤੇ ਉਸ ਦੀ ਸੋਧ ਅਜੇ ਵੀ ਜਾਰੀ ਹੈ। ਮੈਂ ਸਾਡੀ ਇਸ ਭੈਣ ਨੂੰ ਇਸ ਗੱਲ ਦੀ ਸਲਾਹ ਦੇਵਾਂਗਾ ਕਿ ਮਿਹਨਤ ਦਾ ਪੱਲਾ ਕਦੇ ਵੀ ਨਾ ਛੱਡੇ। ਪੰਜਾਬੀ ਨਾਵਲਕਾਰੀ ਵਿੱਚ 2 ਚੀਜ਼ਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਨਾ ਬਣਦਾ ਹੈ। ਸਾਡੇ ਵੱਡੇ ਲੇਖਕ ਇੱਥੇ ਬੈਠੇ ਨੇ, ਉਹਨਾਂ ਨੂੰ ਪਤਾ ਹੈ, ਉਹਨਾਂ ਦੀ ਹਾਜ਼ਰੀ ਵਿੱਚ ਮੈਂ ਵਿਦੇਸ਼ੀ ਜਾਂ ਯੂਰਪ ਦੇ ਵਿਦਵਾਨਾਂ ਦੀਆਂ ਟੂਕਾਂ ਦੇ ਕੇ ਕੋਈ ਵਿਦਵਾਨ ਨਹੀਂ ਬਣਨਾ ਚਾਹੁੰਦਾ। ਜੋ ਮੇਰੇ ਸਾਹਮਣੇ ਮੇਰੇ ਵੀਰ ਭੈਣਾਂ ਬੈਠੇ ਨੇ, ਜਿਸ ਤਰ੍ਹਾਂ ਸ਼ਹਿਦ ਨਾਲ ਉਹ ਜੁੜੇ ਨੇ, ਜਿਸ ਤਰ੍ਹਾਂ ਪਿੰਡ ਦੀ ਮਿੱਟੀ ਦੇ ਨਾਲ ਉਹ ਜੁੜੇ ਨੇ, ਮੇਰੀਆਂ ਲਿਖੀਆਂ ਹੋਈਆਂ ਜਾਂ ਕਿਸੇ ਹੋਰ PhD ਵਿਦਵਾਨ ਦੀਆਂ ਲਿਖੀਆਂ ਹੋਈਆਂ ਟੂਕਾਂ ਸ਼ਾਇਦ ਉਹਨਾਂ ਦੇ ਸਿਰਾਂ ਤੋਂ ਦੀ ਲੰਘ ਜਾਣ। ਮੈਂ ਡਾਕਟ ਬਣੀ ਹੈ। ਲੋਕ ਗੀਤ ਤੇ ਕਿੱਸਾਕਾਰੀ ਸਾਡੇ ਪੰਜਾਬੀ ਸਮਾਜ ਦੀ
ਮੁੱਢਲੇ ਦਿਨਾਂ ਦੀ ਇੱਕ ਵਿਲੱਖਣ ਅਤੇ ਵਿਸ਼ੇਸ਼ ਦੇਣ ਹੈ। ਮਾਲਵੇ ਦੇ ਖੇਤਰ ਵਿੱਚ ਜਿਹੜੀ ਕਵਿਸ਼ਰੀ ਪਰੰਪਰਾ ਹੈ ਉਹ ਇੱਕ ਵੱਖਰੀ ਪਰੰਪਰਾ ਹੈ। ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਵਾਰਿਸ ਸ਼ਾਹ, ਬੁੱਲੇ ਸ਼ਾਹ, ਹਾਸ਼ਮ ਤੇ ਇਹ ਸਾਰੇ ਸ਼ਾਹ ਹੁਸੈਨ, ਇਹਨਾਂ ਨੇ ਜੋ ਕਿੱਸਾਕਾਰੀ ਕੀਤੀ ਹੈ, ਉਸ ਕਿੱਸਾਕਾਰੀ ਨਾਲੋਂ ਮਾਲਵੇ ਦੀ ਜਿਹੜੀ ਕਵਿਸ਼ਰੀ ਹੈ ਉਹ ਇੱਕ ਵੱਖਰੀ ਕਿਸਮ ਦੀ ਕਵਿਸ਼ਰੀ ਹੈ। ਬਲੀ ਇੱਕ ਬਹੁਤ ਵੱਡਾ ਨਾਂ ਹੈ ਜਿਨ੍ਹਾਂ ਨੇ ਬਾਬੂ ਰਾਜਬਲੀ ਨੂੰ ਪੜ੍ਹਿਆ ਹੈ। ਜੇਕਰ ਉਹਨਾਂ ਦੀ ਕਵਿਸ਼ਰੀ ਨੂੰ, ਉਹਨਾਂ ਦੀਆਂ ਛੰਦ ਬੈਂਤਾਂ ਨੂੰ ਅਸੀਂ ਵਾਰਤਕ ਰੂਪ ਦੇ ਵਿੱਚ ਲਿਖ ਲਈਏ ਤਾਂ ਉਹ ਇੱਕ ਵਧੀਆ ਨਾਵਲ ਬਣ ਜਾਂਦਾ ਹੈ। ਬਾਬੂ ਜੀ ਕਵਿਸ਼ਰੀ ਕਰਨ ਤੋਂ ਪਹਿਲਾਂ ਇੱਕ ਲਾਈਨ ਉਹ ਹਰ ਇੱਕ ਕਵਿਸ਼ਰ ਉਹਨਾਂ ਦਾ ਬੋਲਦਾ ਹੁੰਦਾ ਸੀ। ਉਹ ਕਹਿੰਦੇ ਸੀ, ਇਸ ਜਗ੍ਹਾ ਲੱਗਣੀ ਘੜੀ ਦੋ ਰਚਨਾ, ਇਸ ਜਗ੍ਹਾ ਲੱਗਣੀ ਘੜੀ ਦੋ ਰਚਨਾ, ਲਾਇਕਬੰਦ ਚੋਬਰੋ ਫਸਾਦੋਂ ਬਚਣਾ, ਹੈ ਮੇਲ ਸਬੱਬਾਂ ਦਾ ਬੈਠ ਕੇ ਨਾਲ ਸ਼ੌਂਕ ਦੇ ਸੁਣ ਲਓ, ਹੋਵੇ ਵਰਖਾ ਪੁਸ਼ਪਾਂ ਦੀ ਆਏ ਜੋ ਲੈਣ ਸੁਗੰਧੀਆਂ ਚੁਣ ਲਓ, ਹੋਵੇ ਵਰਖਾ ਪੁਸ਼ਪਾਂ ਦੀ ਆਏ ਜੋ ਲੈਣ ਸੁਗੰਧੀਆਂ ਚੁਣ ਲਓ। ਇਸ ਗੱਲ ਦਾ, ਇਸ ਬਿਰਤਾਂਤ ਨੂੰ ਜਦੋਂ ਅਸੀਂ ਵੇਖਦੇ ਹਾਂ, ਜੋੜਦੇ ਹਾਂ ਤਾਂ ਇੱਕ ਨਾਵਲ ਵਰਗਾ, ਇੱਕ ਬਿਰਤਾਂਤ ਵਰਗਾ ਇੱਕ ਮੁੱਢ ਵੱਜਦਾ ਹੈਗਾ ਕਿ ਕਵਿਸ਼ਰੀ ਪਰੰਪਰਾ ਨਾਲ ਜੁੜੇ ਹੋਏ ਕੁਝ ਲੋਕ ਇੱਥੇ ਆਪਣਾ ਜਿਹੜਾ ਵਿਖਿਆਨ ਕਰਨਗੇ। ਰਾਮਲੀਲਾ, ਮੈਨੂੰ ਡਾਕਟਰ ਲਾਭ ਸਿੰਘ ਖੀਵਾ ਹੋਰਾਂ ਨੇ ਦੱਸਿਆ ਕਿ ਜਿਸ ਜਗ੍ਹਾ 'ਤੇ ਅੱਜ ਅਸੀਂ ਬੈਠੇ ਹਾਂ, ਇਸ ਉੱਪਰ, ਜੇ ਸ਼ਾਇਦ ਮੈਂ ਨਹੀਂ ਭੁੱਲਦਾ ਵੀ ਇਸ ਜਗ੍ਹਾ ਉੱਪਰ ਕਾਮਰੇਡ ਜਰਨੈਲ ਬੈਠੇ ਨੇ, ਇਸ ਗੱਲ ਦੀ ਸ਼ਾਇਦ ਮੇਰੀ ਨੂੰ ਦਰੁਸਤ ਕਰ ਦੇਣਗੇ ਕਿ ਇਸ ਜਗ੍ਹਾ ਉੱਪਰ ਰਾਮਲੀਲਾ ਹੁੰਦੀ ਰਹੀ ਹੈ। ਇਹ ਉਹ ਜਗ੍ਹਾ ਹੈ ਜਿੱਥੇ ਰਮਾਇਣ ਜਿਹੜੀ ਕਾਵਿ ਰੂਪ ਵਿੱਚ ਲਿਖੀ ਗਈ ਹੈ, ਜਾਂ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਜਦੋਂ ਰਾਮਲੀਲਾ ਹੁੰਦੀ ਸੀ ਤਾਂ ਉਸ ਤੋਂ ਰਾਮਲੀਲਾ ਨੂੰ ਵੇਖਣ ਵਾਲੇ ਇੱਕ ਕਹਾਣੀ ਆਪਣੇ ਦਿਮਾਗ ਵਿੱਚ ਲੈ ਕੇ ਜਾਂਦੇ ਸੀ। ਰਾਮਚੰਦਰ ਦੀ, ਸੀਤਾ ਦੀ, ਰਾਵਣ ਦੀ ਇੱਕ ਕਹਾਣੀ ਲੈ ਕੇ ਜਾਂਦੇ ਸੀ ਤੇ ਬਹੁਤ ਸਾਰੇ ਜਿਹੜੇ ਸਿਰਜਕ ਮਨ ਸੀ ਜਾਂ ਜਿਹੜੇ ਕ੍ਰੀਏਟਿਵ ਮਨ ਦੇ ਲੋਕ ਸੀ, ਉਸ ਨਾਵਲਕਾਰ, ਉਸ ਰਮਾਇਣ 'ਚੋਂ, ਉਸ ਪਰੰਪਰਾ 'ਚੋਂ ਵੀ ਆਪਣਾ ਜਿਹੜਾ ਗਲਪ ਕੱਢਿਆ, ਉਹਨਾਂ ਨੇ ਫਿਕਸ਼ਨ ਕੱਢਿਆ। ਰਾਮਲੀਲਾ ਵਿੱਚ ਬੜੀਆਂ ਗੱਲਾਂ ਅਸੀਂ ਸਾਰਿਆਂ ਨੇ ਦੇਖੀਆਂ ਨੇ। ਮੈਂ ਆਪਣੇ ਬਚਪਨ ਵਿੱਚ ਜਦੋਂ ਰਾਮਲੀਲਾ ਦੇਖਦਾ ਸੀ ਤਾਂ ਉਸ ਵਿੱਚ ਜਿਹੜੇ ਪਾਤਰ ਹੁੰਦੇ ਸੀਗੇ, ਨਾਲ ਦੀ ਨਾਲ ਜਿਸ ਤਰ੍ਹਾਂ ਦੀ ਉਹ ਤੁਕਬੰਦੀ ਜਾਂ ਕਹਾਣੀ ਨੂੰ ਬਿਆਨ ਕਰਦੇ ਹੁੰਦੇ ਸੀ, ਤਾਂ ਉਸ ਕਿਸਮ ਦੀਆਂ ਗੱਲਾਂ ਰਮਾਇਣ ਤੋਂ ਬਿਨਾਂ ਵੀ ਸਾਡੇ ਸੁਣਨ ਨੂੰ ਮਿਲ ਜਾਂਦੀਆਂ ਸੀ। ਮੇਰੇ ਬਾਲ ਮਨ ਵਿੱਚ ਬਸੀ ਇੱਕ ਕਵਿਤਾ ਦੀ ਟੂਕ ਅਜੇ ਵੀ ਯਾਦ ਹੈ ਕਿ ਰਾਮਲੀਲਾ ਦੀ ਸਟੇਜ 'ਤੇ ਕਿਸੇ ਸਟੇਜ ਸੈਕਟਰੀ ਨੇ, ਖੌਰੇ ਕਿਸੇ ਪਾਤਰ ਨੇ ਇਹ ਟੂਕ ਬੋਲੀ ਸੀ, ਜਦੋਂ ਹਨੂਮਾਨ ਲੰਕਾ ਵਿੱਚ ਬਾਗ ਵਿੱਚ ਜਾ ਕੇ ਉਜਾੜਾ ਕਰਦਾ ਹੈ, ਦਰਖਤ ਪੱਟਦਾ ਹੈ, ਤਾਂ ਉਸ ਦਾ ਕਾਵਿ ਰੂਪ ਉਸਨੇ ਜੋ ਬਿਆਨਿਆ ਸੀ ਉਹ ਮੇਰੇ ਅੱਜ ਵੀ ਹੂਬਹੂ ਯਾਦ ਹੈ। ਉਸ ਕਾਵਿ ਰੂਪ ਦੇ ਨਾਲ ਜਿਸ ਤਰ੍ਹਾਂ ਦੀ ਸਥਾਨਕ ਗੱਲ ਨੂੰ ਲੈ ਕੇ ਉਹਨਾਂ ਨੇ ਰਚਨਾ ਕੀਤੀ ਸੀ, ਉਹ ਇਹ ਸੀ, ਹਨੂਮਾਨ ਬਾਰੇ ਕਹਿੰਦਾ ਹੈ, ਕੇਲਾ ਵੀ ਪੱਟਦਾ, ਅਮਰੂਦ ਵੀ ਪੱਟਦਾ, ਨਾਲੇ ਪੱਟਦਾ ਜਾਮਣ ਜੀ, ਮੂਹਰੇ ਟੱਕਰਿਆ ਰਾਮ ਲਾਲ ਬਾਹਮਣ ਜੀ, ਜਿਹੜਾ ਕੱਢ ਕੇ ਬਾਜਰੀ ਲਿਆਇਆ ਹੈ, ਕਹਿੰਦੇ ਕਹਿੰਦੇ ਬਾਗੋਂ ਮੇਂ ਬਾਂਦਰ ਆਇਆ ਹੈ, ਕਹਿੰਦੇ ਬਾਗੋਂ ਮੇਂ ਬਾਂਦਰ ਆਇਆ ਹੈ। ਇਸ ਕਿਸਮ ਦੀਆਂ ਜਿਹੜੀਆਂ ਜੜ੍ਹਾਂ ਸਾਡੇ ਪੰਜਾਬੀ ਨਾਵਲ ਦੇ, ਇਸ ਕਿਸਮ ਦੀਆਂ ਗੱਲਾਂ ਪੰਜਾਬੀ ਨਾਵਲ ਦੀਆਂ ਜੜ੍ਹਾਂ ਵਿੱਚ ਪਈਆਂ ਸੀ, ਉਸ ਨੇ ਸਾਡੇ ਜਿਹੜੇ ਅੱਜ ਇੱਕ ਨਾਵਲਕਾਰ ਪੈਦਾ ਕੀਤੇ ਨੇ ਤੇ ਇਹ ਨਾਵਲ ਲਿਖ ਕੇ ਬੀਬੀ ਨੇ ਉਸ ਪਰੰਪਰਾ ਨੂੰ ਅੱਗੇ ਤੋਰਿਆ। ਇਸ ਨਾਵਲ ਬਾਰੇ ਬਹੁਤ ਸਾਰੀਆਂ ਗੱਲਾਂ ਲਛਮਣ ਮਲੂਕਾ ਹੋਰਾਂ ਨੇ ਕਰ ਦਿੱਤੀਆਂ ਨੇ। ਆਉਣ ਵਾਲੇ ਵਿਦਵਾਨ ਹੋਰ ਵੀ ਗੱਲਾਂ ਇਸ ਨਾਵਲ ਬਾਰੇ ਕਰਨਗੇ। ਨਾਵਲ ਕਿਉਂਕਿ ਅੱਜ ਉਸ ਦਾ ਘੁੰਡ ਚੁਕਾਈ ਹੈ, ਅੱਜ ਅਸੀਂ ਉਸ ਨੂੰ ਰਿਲੀਜ਼ ਕੀਤਾ ਹੈ। ਅੱਜ ਇਹ ਬੀਬੀ ਵਾਸਤੇ ਖੁਸ਼ੀ ਦਾ ਤੇ ਮੁਬਾਰਕ ਦਾ ਦਿਨ ਹੈ। ਨਾਵਲ ਦੀਆਂ ਜਿਹੜੀਆਂ ਚੰਗਿਆਈਆਂ ਨੇ ਉਹ ਅਸੀਂ ਸਰੋਤਿਆਂ ਦੇ ਸਾਹਮਣੇ ਰੱਖਣੀਆਂ ਨੇ, ਤਾਂ ਜੋ ਉਹ ਸਰੋਤੇ ਪ੍ਰਭਾਵਿਤ ਹੋ ਕੇ ਸਾਡੀਆਂ ਗੱਲਾਂ ਸੁਣ ਕੇ, ਸਾਡੇ ਉਹਨਾਂ ਵਿਦਵਾਨਾਂ ਦੀਆਂ ਗੱਲਾਂ ਸੁਣ ਕੇ ਜਿਨ੍ਹਾਂ ਨੇ ਇਸ ਨਾਵਲ ਲਿਖਣ ਲਈ ਪ੍ਰੇਰਨਾ ਦਿੱਤੀ ਹੈ, ਸੁਝਾਅ ਦਿੱਤੇ ਨੇ ਜਾਂ ਪੜ੍ਹ ਕੇ ਆਪਣੇ ਸੁਝਾਅ ਦੇਣਗੇ, ਉਹ ਤੁਸੀਂ ਸੁਣ ਕੇ ਨਾਵਲ ਪੜ੍ਹਨ ਲਈ ਪ੍ਰੇਰਿਤ ਹੋ ਸਕੋ। ਅਤੇ ਅਗਲਾ ਸਾਡਾ ਉਦੇਸ਼ ਇਹ ਵੀ ਹੁੰਦਾ ਹੈ ਕਿ ਉਹ ਨਾਵਲ ਪੜ੍ਹ ਕੇ ਸਾਹਿਤ ਦੇ ਖੇਤਰ ਨਾਲ ਹੋਰ ਜੁੜ ਸਕੋ, ਕਿਉਂਕਿ ਸਾਹਿਤ ਉਹ ਵਿਧਾ ਹੈ ਜਿਹੜੀਆਂ ਸਾਡੇ ਸਮਾਜ ਵਿੱਚ ਵਾਪਰਦੀਆਂ
ਜਿਹੜੀਆਂ ਤਲਖ ਹਕੀਕਤਾਂ ਨੇ, ਦੁਸ਼ਵਾਰੀਆਂ ਨੇ, ਉਹਨਾਂ ਨੂੰ ਕਲਾਮਈ ਰੂਪ ਵਿੱਚ ਬਿਆਨ ਕਰਕੇ ਸਾਡੇ ਆਵਾਮ ਦੇ ਸਾਹਮਣੇ ਰੱਖਣਾ ਹੁੰਦਾ ਹੈ, ਤਾਂ ਜੋ ਪਾਠਕ ਉਹਨਾਂ ਨੂੰ ਪੜ੍ਹ ਕੇ ਉਹਨਾਂ ਘਿਨਾਉਣੀਆਂ ਸਥਿਤੀਆਂ ਨੂੰ ਬਦਲਣ ਲਈ ਯਤਨਸ਼ੀਲ ਹੋਵੇ। ਨਾਵਲਕਾਰ ਲੇਖਕ ਬੇਸ਼ੱਕ ਸੰਘਰਸ਼ਾਂ ਦੇ ਹਰਿਆਵਲ ਦਸਤਾ ਨਹੀਂ ਹੁੰਦੇ, ਪਰ ਉਹ ਆਪਣੀਆਂ ਲਿਖਤਾਂ ਰਾਹੀਂ, ਆਪਣੀਆਂ ਰਚਨਾਵਾਂ ਰਾਹੀਂ ਜਿਹੜੇ ਲੋਕਾਂ ਦੇ ਸੰਘਰਸ਼ਾਂ ਦਾ ਪਿੜ ਬੰਨ੍ਹਣ ਵਿੱਚ ਜ਼ਰੂਰ ਸਹਾਈ ਹੁੰਦੇ ਨੇ। ਸਾਡੇ ਸਮਿਆਂ ਦੀ ਇੱਕ ਯੁੱਗ ਪਲਟਾਊ ਨਾ ਜੇ ਕਹੀਏ ਤਾਂ ਦੁਨੀਆ ਦੇ ਇਤਿਹਾਸ ਵਿੱਚ ਕਦੇ ਨਾ ਵਾਪਰੀ ਘਟਨਾ ਵਰਗਾ ਕਿਸਾਨ ਅੰਦੋਲਨ ਚੱਲ ਕੇ ਹਟਿਆ। ਸਾਡੇ ਕਿਸਾਨ ਆਗੂਆਂ, ਸਿਰੜੀ ਯੋਧਿਆਂ ਨੇ ਜਿਸ ਤਰ੍ਹਾਂ ਦਾ ਉਹ ਸੰਘਰਸ਼ ਲੜਿਆ, ਉਸ ਸੰਘਰਸ਼ ਵਿੱਚ ਉਹਨਾਂ ਆਗੂਆਂ ਤੇ ਹਰਾਵਲ ਦਸਤਿਆਂ ਦੇ ਨਾਲ ਸਾਡੀਆਂ ਜਿਹੜੀ ਨਾਵਲ ਸਾਹਿਤ ਦੇ ਖੇਤਰ ਦੀ ਆਗੂ ਟੀਮ ਬੈਠੀ ਹੈ, ਇਹਨਾਂ ਦਾ ਬਹੁਤ ਵੱਡਾ ਰੋਲ ਰਿਹਾ। ਬਹੁਤ ਸਾਰੇ ਕਿਸਾਨ ਆਗੂ, ਮੈਂ ਜੀ ਇਕੱਲੇ ਦਾ ਨਾਮ ਵੀ ਲਵਾਂ, ਬਲਦੇਵ ਸਿੰਘ ਸੜਕਨਾਵਾਂ ਦੇ, ਜਸਵੰਤ ਸਿੰਘ ਕੰਵਲ ਦੇ, ਰਾਮ ਸਰੂਪ ਅਣਖੀ ਦੇ ਨਾਵਲ ਪੜ੍ਹ ਕੇ ਜਥੇਬੰਦੀਆਂ ਦੇ ਫੀਲਡ ਵਿੱਚ ਆਏ ਨੇ, ਜਥੇਬੰਦੀਆਂ ਦੀ ਅਗਵਾਈ ਕੀਤੀ ਹੈ, ਲੋਕਾਂ ਦੀ ਅਗਵਾਈ ਕੀਤੀ ਹੈ, ਅਤੇ ਲੋਕਾਂ ਦੇ ਸਾਹਮਣੇ ਇੱਕ ਆਸ ਦੀ ਕਿਰਨ ਵਧਾਈ ਹੈ ਕਿ ਜੇਕਰ ਲੋਕ ਇਕੱਠੇ ਹੋ ਜਾਣ, ਸ਼ਾਂਤਮਈ ਸੰਘਰਸ਼ ਕਰਨ, ਤਾਂ ਉਹ ਆਪਣੀਆਂ ਮੰਗਾਂ ਮਨਾ ਲੈਂਦੇ ਹੁੰਦੇ ਨੇ, ਆਪਣੀਆਂ ਜਿੱਤਾਂ ਪ੍ਰਾਪਤ ਕਰ ਲੈਂਦੇ ਹੁੰਦੇ ਨੇ। ਮੈਂ ਆਪਣੀ ਗੱਲ ਸੰਖੇਪ ਕਰਾਂਗਾ, ਸਿਰਫ ਇਸ ਨਾਵਲ ਬਾਰੇ ਕੁਝ ਗੱਲਾਂ ਹੀ ਕਰਾਂਗਾ ਕਿ ਇਸ ਨਾਵਲ ਵਿੱਚ ਯਥਾਰਥਕਤਾ ਹੈ, ਸੱਚਾਈ ਹੈ। ਜਦੋਂ ਅਸੀਂ ਡੇਰਿਆਂ ਦੀ ਜਾਂ ਵਰਜਿਤ ਰਿਸ਼ਤਿਆਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਸਾਡਾ ਅੱਜ ਤੋਂ 40-50 ਸਾਲਾਂ ਦਾ ਪੰਜਾਬ ਆ ਜਾਂਦਾ ਹੈ। ਜਿਹੜੀ ਪੀੜ੍ਹੀ ਨੂੰ ਅਸੀਂ ਬਿਲੋਂਗ ਕਰਦੇ ਹਾਂ, ਉਸ ਪੀੜ੍ਹੀ ਦੇ ਬਾਪ ਦਾਦਿਆਂ ਨੇ ਉਹ ਜੀਵਨ ਹੰਢਾਇਆ ਹੁੰਦਾ ਹੈ। ਜਿਸ ਤਰ੍ਹਾਂ ਦੀ ਸਥਿਤੀ ਉਹਨਾਂ ਸਮਿਆਂ ਵਿੱਚ ਪੰਜਾਬ ਦੀ ਸੀ, ਕਿਰਨਦੀਪ ਨੇ ਉਹਨਾਂ ਨੂੰ ਬਿਆਨਣ ਦੀ, ਉਹਨਾਂ ਦਾ ਵਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਯਥਾਰਥਕਤਾ ਨਾਵਲ ਵਿੱਚ, ਸੁਭਾਵਿਕਤਾ ਹੈ। ਜਿਹੜਾ ਪਾਤਰ ਹੈ ਉਹ ਸਾਰੇ ਆਮ ਜਨ ਜੀਵਨ ਚੋਂ ਨੇ। ਇੱਕ ਵੀ ਪਾਤਰ ਅਜਿਹਾ ਨਹੀਂ ਜਿਹੜਾ ਵੈਸੇ ਯੂਟੋਪੀਆ ਖੜਾ ਕੀਤਾ ਹੋਵੇ, ਚਾਹੇ ਉਹ ਡੇਰੇ ਦਾ ਬਾਬਾ ਹੈ, ਚਾਹੇ ਉਹ ਜਗਜੀਤ ਹੈ, ਚਾਹੇ ਉਹ ਦੀਪੋ ਹੈ, ਚਾਹੇ ਉਹ ਨਾਜਰ ਹੈ, ਚਾਹੇ ਉਹ ਸੀਤੋ ਹੈ। ਸਾਰੇ ਪਾਤਰ ਸਾਡੇ ਸਮਾਜ ਵਿੱਚੋਂ ਨੇ, ਹੱਡ ਮਾਸ ਦੇ ਪੁਤਲੇ ਨੇ, ਅਤੇ ਕੋਈ ਇਸ ਕਿਸਮ ਦੇ ਆਦਰਸ਼ ਵਾਲੇ ਨਹੀਂ ਕਿ ਉਹਨਾਂ ਵਿੱਚ ਸਾਰੇ ਗੁਣ ਹੀ ਗੁਣ ਨੇ। ਉਹ ਔਗੁਣਾਂ ਦੇ ਵੀ ਭਰੇ ਨੇ, ਉਹ ਖਾਹਿਸ਼ਾਂ ਦੇ ਵੀ ਭਰੇ ਨੇ, ਉਹਨਾਂ ਦੀਆਂ ਇਛਾਵਾਂ ਵੀ ਨੇ। ਉਹ ਆਪਣੀਆਂ ਇਛਾਵਾਂ ਪੂਰੀਆਂ ਕਰਨ ਲਈ ਚਾਲਾਂ ਵੀ ਚੱਲਦੇ ਨੇ, ਜਿਸ ਤਰ੍ਹਾਂ ਸਾਡੇ ਸਮਾਜ ਵਿੱਚ ਚੱਲਦੇ ਨੇ। ਇਸ ਨਾਵਲ ਦੀ ਜਿਹੜੀ ਕਹਾਣੀ ਹੈ ਬਹੁਤ ਰਸਦਾਇਕ ਹੈ। ਤੁਸੀਂ ਨਾਵਲ ਨੂੰ ਜਦੋਂ ਪੜ੍ਹਨ ਲੱਗਦੇ ਹੋ ਤਾਂ ਤੁਸੀਂ ਉਸ ਨਾਵਲ ਨੂੰ ਇੱਕੋ ਬੈਠਕ ਵਿੱਚ ਪੜ੍ਹ ਜਾਂਦੇ ਹੋ, ਛੱਡ ਨਹੀਂ ਸਕਦੇ। ਮੇਰੇ ਨਾਲ ਇੰਝ ਹੀ ਵਾਪਰਿਆ। ਮੈਂ ਡਾਕਟਰ ਲਾਭ ਸਿੰਘ ਖੀਵਾ ਤੋਂ ਰਾਤ ਦੇ 11 ਵਜੇ ਨਾਵਲ ਲੈ ਕੇ ਦਿਨ ਚੜ੍ਹਦੇ 8 ਵਜੇ ਤੱਕ ਸੌਂ ਕੇ ਵੀ ਉਹ ਨਾਵਲ ਪੜ੍ਹ ਦਿੱਤਾ ਸੀ, ਕਿਉਂਕਿ ਨਾਵਲ ਵਿੱਚ ਇੰਨਾ ਰਸ ਹੈ ਕਿ ਤੁਸੀਂ ਉਸ ਨਾਵਲ ਨੂੰ ਛੱਡ ਨਹੀਂ ਸਕਦੇ। ਘਟਨਾਵਾਂ ਦੀ ਜਿਹੜੀ ਗਤੀ ਹੈ ਉਹ ਬਹੁਤ ਤੇਜ਼ ਹੈ, ਬਹੁਤ ਤੇਜ਼ੀ ਨਾਲ ਘਟਨਾਵਾਂ ਵਾਪਰਦੀਆਂ ਨੇ। ਕਿਤੇ ਵੀ ਨਹੀਂ ਐਂ ਲੱਗਦਾ ਕਿ ਇਹ ਨਾਵਲ ਖੜਾ ਹੈ, ਕਿਤੇ ਵੀ ਨਹੀਂ ਐਂ ਲੱਗਦਾ ਕਿ ਵਾਧੂ ਵਿਸਤਾਰ ਹੈ, ਕਿਤੇ ਨਹੀਂ ਐਂ ਲੱਗਦਾ ਕਿ ਇਸ ਨਾਵਲ ਦੇ ਵੱਧ ਪਸਾਰਾ ਕਰਕੇ ਲੇਖਕਾਂ ਨੇ ਕਹਾਣੀ ਨੂੰ ਰੋਕ ਲਿਆ। ਕਹਾਣੀ ਤੁਰਦੀ ਹੈ, ਪਾਤਰ ਤੁਰਦੇ ਨੇ, ਘਟਨਾਵਾਂ ਤੇਜ਼ੀ ਨਾਲ ਵਾਪਰਦੀਆਂ ਨੇ। ਲੇਖਣ ਸ਼ੈਲੀ ਵਿੱਚ ਕੁਝ ਸੁਧਾਰ ਦੀ ਲੋੜ ਹੈ। ਮੈਂ ਆਪਣੀ ਛੋਟੀ ਭੈਣ ਨੂੰ ਇਹ ਰਾਏ ਦੇਵਾਂਗਾ ਕਿ ਆਪਣਾ ਅਗਲਾ ਨਾਵਲ ਲਿਖਣ ਤੋਂ ਪਹਿਲਾਂ ਘੱਟੋ ਘੱਟ 11 ਨਾਵਲ ਜ਼ਰੂਰ ਪੜ੍ਹੇ। ਮੈਂ 11 ਇੱਕ ਸ਼ਗਨ ਦਿੱਤੀਆਂ ਜਾ ਸਕਦੀਆਂ ਨੇ, ਬਹੁਤ ਗੱਲਾਂ ਹੋਰ ਸਾਥੀ ਵੀ ਕਰਨਗੇ। ਮੈਂ ਤੁਹਾਤੋਂ ਇੰਨੀਆਂ ਗੱਲਾਂ ਕਰਕੇ ਹੀ ਖਿਮਾ ਮੰਗਦਾ, ਛੁੱਟੀ ਮੰਗਦਾ, ਅਤੇ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦਾ। ਵਧਾਈ ਦਿੰਦਾ ਆਪਣੀ ਛੋਟੀ ਭੈਣ ਨੂੰ, ਵਧਾਈ ਦਿੰਦਾ ਇਸ ਸਕੂਲ ਦੇ ਪ੍ਰਬੰਧਕਾਂ ਨੂੰ, ਵਧਾਈ ਦਿੰਦਾ ਬੀਬਾ ਦੇ ਅਧਿਆਪਕਾਂ ਨੂੰ ਕਿ ਉਹਨਾਂ ਨੇ ਇੱਕ ਬਹੁਤ ਹੀ ਸਾਰਥਕ ਅਤੇ ਚੰਗਾ ਉੱਦਮ ਕਰਕੇ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਅਤੇ ਉਸ ਚੰਗੇ ਉੱਦਮ ਲਈ ਸਾਨੂੰ ਇੱਥੇ ਬੁਲਾਇਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਸਰ। ਇਹਨਾਂ ਨੇ ਸੰਖੇਪ ਦੇ ਵਿੱਚ ਪੰਜਾਬੀ ਨਾਵਲ ਦਾ ਇਤਿਹਾਸ ਵੀ ਸਾਨੂੰ ਦੱਸਿਆ ਅਤੇ ਨਾਲ ਨਾਵਲ ਦੀਆਂ ਜਿਹੜੀਆਂ ਹੈਗੀਆਂ ਗਤੀ ਬਾਰੇ ਦੱਸਿਆ ਕਿ ਕਿਵੇਂ ਜਿਹੜਾ ਨਾਵਲ ਹੈ ਇੱਕ ਨਿੱਕੀ ਕਹਾਣੀ ਵਾਂਗ ਹੀ ਜਿਹੜਾ ਹੈਗਾ ਇੱਕੋ ਬੈਠਕ ਦੇ ਵਿੱਚ ਬੈਠ ਕੇ ਪੜ੍ਹਿਆ ਜਾ ਸਕਦਾ। ਇੱਥੋਂ ਪਤਾ ਲੱਗਦਾ ਵੀ ਨਾਵਲ ਕਿੰਨਾ ਜਿਹੜਾ ਹੈਗਾ ਰਸਦਾਇਕ ਹੈ, ਕਿਵੇਂ ਉਹਦੀ ਲੜੀ ਤੁਰਦੀ ਹੈ। ਕੁਝ ਇਹਨਾਂ ਨੇ ਦੱਸਿਆ ਵੀ ਕੁਝ ਸਿੱਖਣ ਦੀ ਵੀ ਲੋੜ ਹੈ। ਤਾਂ ਦੇ ਸੁਝਾਣ ਦੇਖੇ
ਕਸ ਕੇ ਸੈਲ ਦੀ ਹਿੱਕੜੀ ਤੇ ਰੱਸੀ ਨਾਲ ਪੈਂਦੇ ਨਿਸ਼ਾਨ ਦੇਖੇ। ਵੀ ਇੱਦਾਂ ਜਦੋਂ ਆਪਾਂ ਕੰਮ ਕਰਾਂਗੇ, ਕੰਮ ਕਰਨ ਦੇ ਨਾਲ ਸਾਨੂੰ ਜੁਗਤ ਵੀ ਆਉਂਦੀ ਹੈ। ਤੇ ਜੋ ਵਿਦਵਾਨਾਂ ਨੂੰ ਸੱਦਣ ਦਾ ਮਕਸਦ ਹੀ ਇਹ ਹੈ ਕਿ ਇਹਨਾਂ ਨੂੰ ਕਲਾ ਦੇ ਵਿੱਚ ਹੋਰ ਨਿਖਾਰ ਆਵੇ। ਨਿਖਾਰ ਤੁਸੀਂ ਦੱਸਿਆ, ਬਹੁਤ ਬਹੁਤ ਉਹਦਾ ਧੰਨਵਾਦ। ਇਹਨਾਂ ਨੇ ਜਿਹੜਾ ਹੈਗਾ ਅਸਲ ਦੇ ਵਿੱਚ ਕੁਝ ਨਾਵਲ ਜੋ ਲਿਖਿਆ ਹੈ ਇਹਨਾਂ ਨੇ ਨਾਟਕ ਦਾ ਰੂਪ ਦਿੱਤਾ ਸੀ। ਇਹਦੇ ਵਿੱਚ ਜ਼ਿਆਦਾ ਜੋ ਹੈਗਾ ਵਾਰਤਾਲਾਪ ਸ਼ੈਲੀ ਦੇ ਵਿੱਚ ਹੀ ਚੱਲਿਆ ਸੀ, ਉਸ ਨੂੰ ਨਾਵਲ ਦਾ ਰੂਪ ਦਿੱਤਾ ਗਿਆ। ਸਾਡੇ ਮਹਿਮਾਨ ਬੈਠੇ ਨੇ, ਇਹਨਾਂ ਦੀ ਪ੍ਰੇਰਨਾ ਸਦਕੇ ਇਸ ਨੂੰ ਸੋਧਿਆ ਗਿਆ। ਪਰ ਹੋਰ ਵੀ ਜਿਵੇਂ ਇਹਨਾਂ ਨੇ ਦੱਸਿਆ ਉਸ 'ਤੇ ਹੋਰ ਵੀ ਜਿਹੜਾ ਵਿਚਾਰ ਕੀਤਾ ਜਾਵੇਗਾ। ਹੁਣ ਮੈਂ ਬੇਨਤੀ ਕਰਦਾ ਹੈਗਾ ਸ਼੍ਰੀ KL ਗਰਗ, ਜੋ ਬਹੁਤ ਹੀ ਉੱਘੇ ਵਿਅੰਗਕਾਰ ਨੇ, ਜਗਬਾਣੀ ਦੇ ਵਿੱਚ ਅਸੀਂ ਇਹਨਾਂ ਦੇ ਵਿਅੰਗ ਪੜ੍ਹਦੇ ਰਹਿੰਦੇ ਹਾਂ, ਉਹਨਾਂ ਨੂੰ ਬੇਨਤੀ ਕਰਦਾ ਉਹ ਵੀ ਜਿਹੜਾ ਹੈਗਾ ਇਸ ਨਾਵਲ ਸੰਬੰਧੀ ਬੇਟੇ ਨੂੰ ਆਸ਼ੀਰਵਾਦ ਦੇਣ ਆਉਣਗੇ। ਬਹੁਤ ਹੀ ਸਤਿਕਾਰਯੋਗ ਪ੍ਰਧਾਨਗੀ ਮੰਡਲ, ਪਵਿੱਤਰ ਪਿੰਡ ਭਾਈ ਰੂਪਾ ਦੇ ਵਾਸੀਓ, ਭੈਣੋ ਤੇ ਭਰਾਵੋ, ਅੱਜ ਆਪਾਂ ਸਾਰੇ ਕਿਰਨਦੀਪ ਕੌਰ ਭਾਈ ਰੂਪਾ ਦਾ ਨਾਵਲ ਦੀਜੇ ਬੁੱਧ ਵਿਵੇਕਾ ਰਿਲੀਜ਼ ਕਰਨ ਵਾਸਤੇ ਤੇ ਉਹਦੇ 'ਤੇ ਗੱਲਬਾਤ ਕਰਨ ਵਾਸਤੇ ਇਕੱਠੇ ਹੋਏ ਹਾਂ। ਸਾਡੇ ਪੰਜਾਬੀ 'ਚ ਦੀਜੇ ਬੁੱਧ ਵਿਵੇਕਾ ਬਾਰੇ ਲਛਮਣ ਸਿੰਘ ਮਲੂਕਾ ਨੇ ਅਤੇ ਭਾਈ ਮਾਨਕੇੜਾ ਜੀ ਨੇ ਬਹੁਤ ਡਿਟੇਲ 'ਚ ਵਿਸਤਾਰ 'ਚ ਤੁਹਾਨੂੰ ਇਹਦੀ ਜਾਣਕਾਰੀ ਦੇ ਦਿੱਤੀ ਹੈ। ਮੈਂ ਸਮਝਦਾ ਕਿ ਮਾਨਕੇੜਾ ਜੀ ਔਰਤ ਨਾਵਲਕਾਰਾਂ ਬਾਰੇ ਗੱਲ ਕਰਨੀ ਭੁੱਲ ਗਏ ਹੈ। ਪੰਜਾਬੀ 'ਚ ਬਹੁਤ ਵੱਡੇ ਪੱਧਰ ਦੀਆਂ 3 ਨਾਵਲਕਾਰਾਂ ਸਾਡੇ ਸਾਹਮਣੇ ਹੋਈਆਂ ਨੇ, ਦਲੀਪ ਕੌਰ ਟਿਵਾਣਾ, ਅਮਰਤਾ ਪ੍ਰੀਤਮ ਅਤੇ ਅਜੀਤ ਕੌਰ, ਜਿਨ੍ਹਾਂ ਨੇ ਸਾਡਾ ਸਮਾਜ ਜਿਹੜਾ ਹੈਗਾ ਉਹ ਪਿਤਰੀ ਸਮਾਜ ਹੈ। ਪਿਤਰੀ ਸਮਾਜ ਦੇ ਅਧੀਨ ਜਿਹੜੀ ਪਰੰਪਰਾ ਹੈਗੀ ਹੈ, ਸਾਰਾ ਜਿਹੜਾ ਗਿਆਨ ਹੈ, ਸਾਰੀ ਜਿਹੜੀ ਗੱਲਬਾਤ ਹੈ, ਸਾਰਾ ਜਿਹੜਾ ਰਹਿਣ ਸਹਿਣ ਹੈ, ਉਹ ਪਿਤਰੀ ਸਮਾਜ ਦੇ ਅਧੀਨ ਹੀ ਚੱਲਦਾ। ਅਤੇ ਮਨੁੱਖ ਜਿਹੜਾ ਆਦਮੀ ਦੀ ਜਿਹੜੀ ਤਾਕਤ ਹੈ ਜਾਂ ਸ਼ਕਤੀ ਹੈ, ਉਹਦਾ ਹੀ ਬੋਲਬਾਲਾ ਰਿਹਾ ਸਦੀਆਂ ਤੋਂ। ਔਰਤ ਜਿਹੜੀ ਹੈਗੀ ਆ ਉਹ ਹਮੇਸ਼ਾ ਹੀ ਇਸ ਮਰਦ ਸੱਤਾ ਦੀ ਸ਼ਿਕਾਰ ਰਹੀ ਹੈ ਔਰ ਸਦੀਆਂ ਤੋਂ ਉਸ ਸੱਤਾ ਤੋਂ, ਪਿਤਰੀ ਸੱਤਾ ਤੋਂ ਆਜ਼ਾਦ ਹੋਣ ਦੇ ਸੰਘਰਸ਼ ਵੀ ਕਰਦੀ ਰਹੀ ਹੈ। ਇਹ 3 ਔਰਤਾਂ ਜਿਨ੍ਹਾਂ ਦਾ ਮੈਂ ਨਾਵਲਕਾਰਾਂ ਦੇ ਤੌਰ 'ਤੇ ਗੱਲ ਕੀਤੀ ਹੈ, ਇਹਨਾਂ ਨੇ ਆਪਣੇ ਜੀਵਨ 'ਚ ਬਹੁਤ ਸਾਰੀ ਆਜ਼ਾਦੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨਾਵਲਾਂ ਰਾਹੀਂ ਆਪਣੇ ਦੁੱਖ ਦੱਸੇ, ਔਰਤਾਂ ਦੇ ਦੁੱਖ ਦੱਸੇ ਔਰ ਕਿਸ ਤਰ੍ਹਾਂ ਉਹ ਸੰਘਰਸ਼ ਕਰਦੀਆਂ ਨੇ, ਕਿਸ ਤਰ੍ਹਾਂ ਲੜਦੀਆਂ ਨੇ ਇਸ ਸਮਾਜ 'ਚ ਆਪਣੀ ਆਜ਼ਾਦੀ ਪ੍ਰਾਪਤ ਕਰਨ ਵਾਸਤੇ, ਉਹਦਾ ਸਾਰਾ ਵੇਰਵਾ ਸਾਨੂੰ ਉਪਲਬਧ ਹੈ। ਸੋ ਕਿਰਨਦੀਪ ਕੌਰ ਭਾਈ ਰੂਪਾ ਕੋਲ ਇੱਕ ਵੱਡੀ ਪਰੰਪਰਾ ਹੈਗੀ ਔਰਤ ਦੇ ਹਿੱਤਾਂ ਦੀ, ਜਿਨ੍ਹਾਂ ਦੇ ਵਿੱਚ ਅੱਜ ਉਹ ਵੀ ਸ਼ਾਮਲ ਹੈ। ਉਹ ਵੀ ਇਸ ਨਾਵਲ ਨੂੰ ਦੇਖ ਕੇ ਉਹਦੇ ਵਿੱਚ ਸ਼ਾਮਲ ਹੋ ਗਈਆਂ ਨੇ ਉਸ ਪਰੰਪਰਾ 'ਚ, ਅਤੇ ਮੈਂ ਉਮੀਦ ਕਰਦਾ ਕਿ ਉਹ ਇਸ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਔਰਤ ਦੀ ਆਜ਼ਾਦੀ ਅਤੇ ਔਰਤ ਦੇ ਦੁੱਖ ਸੁੱਖ ਨੂੰ ਹਮੇਸ਼ਾ ਆਪਣੇ ਨਾਵਲਾਂ ਦਾ ਵਿਸ਼ਾ ਬਣਾਉਣ। ਇਹਦੇ ਵਿੱਚ ਉੱਡਦੀਆਂ ਗੱਲਾਂ ਜਿਹੜੀਆਂ ਅਸੀਂ ਸੁਣੀਆਂ ਨੇ, ਉਹ ਹੈ ਕਿ ਡੇਰਾਵਾਦ ਦੇ ਖਿਲਾਫ, ਡੇਰਾਵਾਦ ਦੀ ਸਿਉਂਕ ਜਿਹੜੀ ਹੈਗੀ ਉਹ ਆਪਾਂ ਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਕਿੱਡੇ ਸਕੈਂਡਲ ਔਰ ਕਿੱਡੇ ਸੈਕਸ ਸਕੈਂਡਲ ਜਿਹੜੇ ਹੈਗੇ ਡੇਰਾਵਾਦ ਦੇ ਅਧੀਨ ਹੋ ਰਹੇ ਹੈ। ਕਿਵੇਂ ਲੋਕਾਂ ਦੀ ਬੁੱਧ ਜਿਹੜੀ ਹੈ, ਸਾਡੇ ਆਮ ਪੰਜਾਬੀਆਂ ਦੀ ਬੁੱਧ ਜਿਹੜੀ ਹੈਗੀ ਆ ਉਹ ਡੇਰਾਵਾਦ ਦੇ ਅਧੀਨ ਜਗੜੀ ਗਈ ਹੈ। ਅਸੀਂ ਸਿੱਖ ਪਰੰਪਰਾ ਨੂੰ ਭੁੱਲ ਕੇ ਡੇਰਾਵਾਦ ਦੇ ਜਿਹੜਾ ਅਧੀਨ ਹੁੰਦੇ ਜਾ ਰਹੇ ਹਾਂ। ਇਹ ਮੈਂ ਸਮਝਦਾ ਸਾਡੇ ਦਿਮਾਗ ਦੀ ਜੜਤਾ ਦੀ ਨਿਸ਼ਾਨੀ ਜਿਹੜੀ ਹੈਗੀ ਹੈ, ਜਿਹਨਾਂ ਨੇ ਉੱਭਰ ਰਹੀ ਹੈ, ਅਤੇ ਜਿਹਦੇ ਵਾਸਤੇ ਅਸੀਂ ਛੋਟੇ ਸੰਤਾਂ ਨੂੰ, ਛੋਟੇ ਸਾਧਾਂ ਨੂੰ, ਪਖੰਡੀਆਂ ਨੂੰ ਮਾਨਤਾ ਦੇਣ ਲੱਗੇ, ਐਡੇ ਗੁਰੂਆਂ ਨੂੰ ਛੱਡ। ਸੋ ਇਸ ਗੱਲ 'ਤੇ ਵੀ ਚਿੰਤਾ ਜ਼ਾਹਰ ਕਰਨੀ ਚਾਹੀਦੀ ਹੈ, ਇਸ ਗੱਲ 'ਤੇ ਵੀ ਧਿਆਨ ਦੇਣ ਦੀ ਲੋੜ ਹੈਗੀ ਹੈ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਪੰਜਾਬੀ ਦੇਖੋ, ਗੁਰੂਆਂ ਨੇ ਸਾਨੂੰ ਐਸੇ ਮਾਰਗ ਦਿਖਾਏ ਨੇ, ਐਸੇ ਸੱਚ ਦੇ, ਮਿਹਨਤ ਦੇ, ਕਿਸਾਨੀ ਦੇ, ਦੁੱਖ ਸੁੱਖਾਂ ਦੇ, ਸਾਰੇ ਜਿਹੜੇ ਧਾਰਮਿਕਤਾ ਦੇ ਇੰਨੇ ਗੁਣ ਸਾਨੂੰ ਦਿਖਾਏ ਨੇ ਜਿਹਦਾ ਅਸੀਂ ਕੋਈ ਵਰਣਨ ਨਹੀਂ ਕਰ ਸਕਦੇ।
ਅਸੀਂ ਉਹਨਾਂ ਦੇ ਦੇਣਦਾਰ ਹਾਂ, ਔਰ ਇੰਨੇ ਦੇਣਦਾਰ ਹਾਂ ਕਿ ਅਸੀਂ ਦੇਣ ਦੇ ਹੀ ਨਹੀਂ ਸਕਦੇ। ਅਤੇ ਉਸ ਦੇ ਖਿਲਾਫ ਜਿਹੜੀ ਹੈਗੀ ਆ ਇੱਕ ਇਹੋ ਜਿਹੀ ਲਹਿਰ ਖੜੀ ਕਰਦੇ ਨੇ ਜਿਹਦਾ ਆਧਾਰ ਹੀ ਪਖੰਡ ਹੈ। ਹੁਣ ਤੁਸੀਂ ਦੇਖਿਆ ਹੀ ਆ ਵੀ ਸਾਹ 2000 ਤਾਂ ਇਹੋ ਜਿਹੇ ਫੜੇ ਗਏ ਜਿਨ੍ਹਾਂ ਦੇ ਸਾਮਰਾਜ 'ਚ ਸੂਰਜ ਨਹੀਂ ਸੀ ਛਿਪਦਾ। ਅਤੇ ਅਸੀਂ ਇਹ ਮੈਂ ਸਮਝਦਾ ਕਿ ਕਿਰਨਦੀਪ ਕੌਰ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੇ ਡੇਰਾਵਾਦ ਪਿੱਤਰੀ ਸਮਾਜ ਦੀ ਜਿਹੜੀ ਜਕੜ ਹੈ ਉਹਨੂੰ ਤੋੜਨ 'ਚ ਆਪਣੇ ਨਾਵਲਾਂ ਨੂੰ ਹਿੱਸਾ ਬਣਾਏਗੀ, ਆਪਣੇ ਨਾਵਲਾਂ ਨੂੰ ਉਹ ਇੱਕ ਹਥਿਆਰ ਦੇ ਤੌਰ 'ਤੇ ਵਰਤੇਗੀ। ਔਰ ਉਸ ਪਰੰਪਰਾ 'ਚ ਅੱਜ ਅਸੀਂ ਮੈਨੂੰ ਸ਼ਾਮਲ ਕਰਦੇ ਹੋਏ ਖੁਸ਼ੀ ਹੋ ਰਹੀ ਹੈ, ਜਿਹੜੀ ਪਰੰਪਰਾ 'ਚ ਦਲੀਪ ਕੌਰ ਟਿਵਾਣਾ ਨੇ ਨਾਵਲ ਲਿਖੇ, ਅਜੀਤ ਕੌਰ ਨੇ ਲਿਖੇ, ਅਮਰਤਾ ਪ੍ਰੀਤਮ ਹੋਰਾਂ ਨੇ ਲਿਖੇ। ਅਤੇ ਅੱਜ ਮੈਂ ਇਸ ਕੁੜੀ ਨੂੰ ਬਹੁਤ ਬਹੁਤ ਵਧਾਈ ਦਿੰਦਾ, ਕਿਉਂਕਿ ਜਿਹੜੀ ਔਰਤ ਦੇ ਹਿੱਸਾ ਨੇ ਸਾਡੇ ਪੰਜਾਬ 'ਚ ਉਹਨਾਂ ਨੂੰ ਬਹੁਤ ਸਾਰਾ ਦੂਰੀ ਲੜਾਈ ਜਿਹੜੀ ਹੈਗੀ ਲੜਨੀ ਪੈ ਰਹੀ ਹੈ। ਇੱਕ ਤਾਂ ਘਰ ਦੀ ਪਿੱਤਰੀ ਸੱਤਾ ਜੋ ਲੜਾਈ ਕਰਦੀਆਂ ਨੇ, ਘਰ ਦੇ ਕੋਈ ਨਹੀਂ ਚਾਹੁੰਦੇ ਕਿ ਕੁੜੀ ਸਾਡੀ ਜਾਂ ਨੂੰਹ ਸਾਡੀ ਜਿਹੜੀ ਹੈਗੀ ਆ ਉਹ ਲੇਖਕਾ ਬਣ ਜਾਵੇ, ਉਹਦੇ 'ਚ ਵੀ ਉਹਨਾਂ ਨੂੰ ਸੰਘਰਸ਼ ਕਰਨਾ ਪੈਂਦਾ। ਅਤੇ ਬਾਹਰ ਦੀਆਂ ਜਿਹੜੀਆਂ ਅਲਾਮਤਾਂ ਨੇ, ਜਿਹੜੀਆਂ ਬੁਰਾਈਆਂ ਨੇ, ਉਹਦੇ ਖਿਲਾਫ ਵੀ ਜਦੋਂ ਲੜਦੀਆਂ ਨੇ ਤਾਂ ਉਹਨਾਂ ਨੂੰ ਬਹੁਤ ਵੱਡੀ ਲੜਾਈ ਜਿਹੜੀ ਹੈਗੀ ਆ ਮੁੱਲ ਲੈਣੀ ਪੈਂਦੀ ਹੈ। ਮੈਂ ਸਮਝਦਾ ਨਿਰਭੀਕਤਾ ਨਾਲ, ਪੂਰੇ ਨਿਡਰਤਾ ਨਾਲ ਕਿਰਨਦੀਪ ਕੌਰ ਆਪਣਾ ਇਹ ਰੋਲ ਨਿਭਾਏਗੀ। ਔਰ ਮੈਂ ਅੱਜ ਇਸ ਸਟੇਜ ਤੋਂ ਭਾਈ ਰੂਪਾ ਦੇ ਸਕੂਲ ਦੀ ਸਟੇਜ ਤੋਂ ਬਹੁਤ ਵਧੀਆ ਆਸ਼ੀਰਵਾਦ ਦਿੰਦਾ ਕਿ ਕੁੜੀ ਨੂੰ ਰੱਬ ਵਾਹਿਗੁਰੂ ਭਾਗ ਲਾਵੇ, ਇਹਦੀ ਕਲਮ ਨੂੰ ਭਾਗ ਲਾਵੇ। ਬਹੁਤ ਬਹੁਤ ਧੰਨਵਾਦ।